साहब नहीं थे यार, वो अमनदीप कुछ और है। मैं तभी उठा लिया, बगैर चश्मे के गड़बड़ हो गया, नहीं उठाना ही था। शिव प्रसाद जी कदी कदी गाल डीएचई साहब ਨੂੰ ਕੱਢ ਕੇ ਦੇਖਿਓ, ਫਿਰ ਪਤਾ ਲੱਗੂ ਕਿਸ ਭਾਅ ਵਿਕਦੀ ਹੈ। there is nothing black and white। ਨਹੀਂ, ਸਭ ਤੋਂ ਪਹਿਲੀ ਗੱਲ ਤਾਂ ਜੇ ਨਹੀਂ ਹੈ ਤਾਂ ਇਹਨਾਂ ਨੇ ਮੈਨੂੰ ਆਰਟੀਐਕਸ ਦੇ ਵਿੱਚ ਕਾਪੀ ਦਿੱਤੀ ਕਿਵੇਂ? ਇਹਨਾਂ ਦਾ ਇਹ ਕਹਿਣਾ ਹੈ ਕਿ ਬਲੈਕ ਐਂਡ ਵਾਈਟ ਦੇ ਵਿੱਚ ਕੋਈ ਚੀਜ਼ ਨਹੀਂ ਹੈ। ਇਹ ਵੀ ਸਪਸ਼ਟ ਕਰਦਾ ਹੈ ਕਿ ਇਹਨਾਂ ਨੇ ਕਦੇ ਇਹਨਾਂ ਰੂਲਸ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਬਲੈਕ ਐਂਡ ਵਾਈਟ ਵਿੱਚ ਕੁਝ ਹੈ ਨਹੀਂ ਹੈ ਜਨਾਬ, ਤੁਸੀਂ 95% ਗ੍ਰਾਂਟ ਚਾਹੇ ਡੀਏਵੀ ਦੀ ਹੋਵੇ ਚਾਹੇ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਸੈਕਟਰ 36 ਦੀ ਹੋਵੇ, ਉਹ ਰੋਕੀ ਕਿਵੇਂ ਹੈ? It's very clear that it is no financial grant in aiders for the teachers who are continuing up to 6 years। ਸਰ 30th of September ਤੋਂ ਇੱਕ ਉਹਨਾਂ ਚੋਂ ਮੇਰੇ ਖਿਆਲ 'ਚ ਪਵਨ ਸ਼ਰਮਾ ਜੀ ਰਿਟਾਇਰ ਹੋਏ ਹੋਏ ਨੇ ਤੇ 4 ਮਹੀਨੇ ਹੋ ਗਏ ਹਾਲੇ ਤੱਕ, ਮਤਲਬ ਡੀਐਚਈ ਡਿਪਾਰਟਮੈਂਟ ਨੇ ਦੇਖੇ ਨਹੀਂ ਸਰ। Amandeep, you know what is going on, so I don't think so I'll be able to answer you, in a straightforward manner, but the only bottom line is they are not being paid from the pocket of the government। ਪਰ ਜੇ ਕੱਲ ਨੂੰ ਕਾਲਜਸ ਇਹ ਵੀ ਕਹਿ ਦੇਣਗੇ ਜੀ ਡੀਐਚਈ ਤੋਂ ਅਸੀਂ ਗ੍ਰਾਂਟ ਨਹੀਂ ਮੰਗਦੇ, ਇਹਨਾਂ ਦੀ ਸੈਲਰੀ ਨਹੀਂ ਮੰਗਦੇ, ਅਸੀਂ 4 ਪ੍ਰਿੰਸੀਪਲ ਰੱਖਾਂਗੇ ਜੀ, ਇੱਕ ਬੰਦਾ 10ਵੀਂ ਪਾਸ ਹੈਗਾ ਅਸੀਂ ਉਹਨੂੰ ਪ੍ਰਿੰਸੀਪਲ ਲਾ ਦਾਂਗੇ, ਅਸੀਂ ਡੀਐਚਈ ਤੋਂ ਅਸੀਂ ਗ੍ਰਾंट नहीं लेंगे, ये ठीक है सर, फिर चलूँगा जी। सर कॉलेज में रिटायरमेंट एज क्या है प्रिंसिपल और टीचर्स की? सर मेरे को नहीं इस टाइम पता क्या है रिटायरमेंट एज। सर जो अभी जो प्रिंसिपल हैं आपके मुताबिक डॉक्टर पवन कुमार जी, उनकी सैलरी कौन से फंड में से जा रही है? मेरे को नहीं पता अभी तक कुछ भी इसके बारे में, मेरे पास इसका कोई जवाब नहीं है। ਸਿਆਣੇ ਕਹਿੰਦੇ ਹੁੰਦੇ ਸੀ ਕਿ ਅੰਨੀ ਪੀਹੀ ਜਾਂਦੀ ਹੈ ਤੇ ਕੁੱਤੇ ਚੱਟੀ ਜਾਂਦੇ ਨੇ। ਮੇਰੇ ਖਿਆਲ ਦੇ ਵਿੱਚ ਇਹ ਅਖਾਣ ਢੁਕਵੀਂ ਬੈਠਦੀ ਹੈ ਜਿਹੜਾ ਮਾਹੌਲ ਇਹ ਸਿਰਜਿਆ ਜਾ ਰਿਹਾ ਹੈ, ਚਾਹੇ ਡੀਐਚਈ ਦਫ਼ਤਰ ਦੇ ਵਿੱਚ ਬੈਠੇ ਅਧਿਕਾਰੀ ਹੋਣ ਚਾਹੇ ਪ੍ਰਾਈਵੇਟ ਏਡਿਡ ਕਾਲਜਾਂ ਦੇ ਵਿੱਚ ਬੈਠੇ ਹੋਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਿੰਸੀਪਲ ਸਾਹਿਬਾਨ ਹੋਣ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਖਰ ਕਿਵੇਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੁਝ ਲੋਕ ਪ੍ਰਾਈਵੇਟ ਕਾਲਜਾਂ ਦੀ ਪ੍ਰਿੰਸੀਪਲ ਦੀ ਕੁਰਸੀ ਦੇ ਨਾਲ ਚਿਪਕੇ ਬੈਠੇ ਨੇ, ਇਹ ਅਸੀਂ ਤੁਹਾਨੂੰ ਪਹਿਲੀ ਰਿਪੋਰਟ ਦੇ ਵਿੱਚ ਦੱਸਿਆ ਸੀ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਦੂਜੀ ਰਿਪੋਰਟ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਪਹਿਲੀ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਡੀ ਗੱਲਬਾਤ ਡਾਇਰੈਕਟਰ ਹਾਇਰ ਐਜੂਕੇਸ਼ਨ ਸਰਦਾਰ ਅਮਨਦੀਪ ਸਿੰਘ ਭੱਟੀ ਹੋਣਾ ਦੇ ਨਾਲ ਵੀ ਹੋਈ ਹੈ। ਅੱਗੇ ਵਧੀ ਉਸ ਤੋਂ ਪਹਿਲਾਂ ਜੋ ਗੱਲਬਾਤ ਸਾਡੀ ਡਾਇਰੈਕਟਰ ਹਾਇਰ ਐਜੂਕੇਸ਼ਨ ਦੇ ਨਾਲ ਹੋਈ ਹੈ ਉਹ ਤੁਸੀਂ ਜ਼ਰੂਰ ਸੁਣੋ, ਕਿਉਂਕਿ ਉਸ ਦੇ ਵਿੱਚੋਂ ਵੀ ਕਈ ਸਵਾਲ ਨਿਕਲ ਕੇ ਸਾਹਮਣੇ ਆਉਂਦੇ ਨੇ। ਸਰ ਮੈਂ ਪਹਿਲਾਂ ਤਾਂ ਇੱਕ ਚੀਜ਼ ਪੁੱਛਣਾ ਚਾਹ ਰਿਹਾ ਸੀਗਾ ਵੀ 95% ਜਿਹੜੀ ਗ੍ਰਾਂਟ ਹੈਗੀ ਹੈ ਪ੍ਰਾਈਵੇਟ ਏਡਿਡ ਕਾਲਜਸ ਨੂੰ ਉਹ ਦਿੱਤੀ ਜਾਂਦੀ ਹੈ ਡੀਐਚਈ ਵੱਲੋਂ ਜਾਂ ਸਰਕਾਰ ਵੱਲੋਂ ਨਾ ਥਰੂ ਡੀਐਚਈ। ਕੰਡੀਸ਼ਨ ਇਹ ਹੁੰਦੀ ਹੈ ਵੀ ਕਾਲਜਸ ਜਿਹੜੇ ਨੇ ਉਹ ਯੂਨੀਵਰਸਿਟੀ ਦੇ ਯੂਜੀਸੀ ਦੇ ਗਵਰਨਮੈਂਟ ਰੂਲਸ ਜਿਹੜੇ ਨੇ ਉਹ ਫੋਲੋ ਕਰਨਗੇ। ਐਮ ਆਈ ਰਾਈਟ ਸਰ? Obviously ਹਾਂਜੀ। ਤੇ ਸਰ ਡੀਐਚਈ ਕੋਲ ਇਹ ਵੀ ਸਰ ਅਥਾਰਟੀ ਹੁੰਦੀ ਹੈ ਜੀ, ਜੇਕਰ ਕੋਈ ਵੀ ਪ੍ਰਾਈਵੇਟ ਏਡਿਡ ਕਾਲਜ ਯੂਨੀਵਰਸਿਟੀ ਯੂਜੀਸੀ ਜਾਂ ਗਵਰਨਮੈਂਟ ਰੂਲਸ ਫਾਲੋ ਨਹੀਂ ਕਰਦਾ ਤਾਂ ਉਹਨਾਂ ਦੀ ਜਿਹੜੀ ਗ੍ਰਾਂਟ ਹੈ ਉਹਨੂੰ ਜਾਂ ਤਾਂ ਰੋਕਿਆ ਜਾ ਸਕਦਾ, ਸਸਪੈਂਡ ਕੀਤਾ ਜਾ ਸਕਦਾ ਜਾਂ ਰਿਡਿਊਸ ਕੀਤਾ ਜਾ ਸਕਦਾ ਹੈ। ਐਮ ਆਈ ਰਾਈਟ ਸਰ? There is nothing black and white, but definitely, to my mind, no such instance has occurred during my tenure. I don't know whether it has happened earlier. नहीं, I am just asking sir, मतलब ये ठीक है point? That's fine, good enough. जी सर जी। We are not going to, you can say, give the financial grant in it. It's very clear. जी तो सर And illegal it ने is on the, just a moment, let me just clear. जी It is only on the assurance of the management committee. Management is all powerful. जी Management is competent भी हाँ जी तुझे ठीक है जी तुझे you won't come under this category of finance and grant and aid, but we will grant you or give you the salary from our own pocket or from the pocket of your management. जी So don't think be anybody who's continuing beyond 60 years or be that may be because some deliberations were going on only then. Otherwise it's very clear that it is no financial grant in aiders for the teachers who are continuing up to 60 years. We are looking into all those applications and representations which are coming, claiming and counter claiming, right? ਸਰ 30th of September ਤੋਂ ਇੱਕ ਉਹਨਾਂ ਚੋਂ ਮੇਰੇ ਖਿਆਲ 'ਚ ਪਵਨ ਸ਼ਰਮਾ ਜੀ ਰਿਟਾਇਰ ਹੋਏ ਹੋਏ ਨੇ ਤੇ 4 ਮਹੀਨੇ ਹੋ ਗਏ ਹਾਲੇ ਤੱਕ, ਮਤਲਬ ਡੀਐਚਈ ਡਿਪਾਰਟਮੈਂਟ ਨੇ ਦੇਖੇ ਨਹੀਂ ਸਰ। Amandeep, you know what is going on, so I don't think so I'll be able to answer you, in a straightforward manner, but the only bottom line is
they are not being paid from the pocket of the government. ਪਰ ਜੇ ਕੱਲ ਨੂੰ ਕਾਲਜਸ ਇਹ ਵੀ ਕਹਿ ਦੇਣਗੇ ਜੀ ਡੀਐਚਈ ਤੋਂ ਅਸੀਂ ਗ੍ਰਾਂਟ ਨਹੀਂ ਮੰਗਦੇ, ਇਹਨਾਂ ਦੀ ਸੈਲਰੀ ਨਹੀਂ ਮੰਗਦੇ, ਅਸੀਂ 4 ਪ੍ਰਿੰਸੀਪਲ ਰੱਖਾਂਗੇ ਜੀ, ਇੱਕ ਬੰਦਾ 10ਵੀਂ ਪਾਸ ਹੈਗਾ ਅਸੀਂ ਉਹਨੂੰ ਪ੍ਰਿੰਸੀਪਲ ਲਾ ਦਾਂਗੇ, ਅਸੀਂ ਡੀਐਚਈ ਤੋਂ ਅਸੀਂ ਗ੍ਰਾਂਟ ਨਹੀਂ ਲੈਂਦੇ, ਇਹ ਠੀਕ ਹੈ ਸਰ, ਫਿਰ ਚੱਲੂਗਾ ਜੀ? Amandeep, you cannot generalize this issue. This issue is quite peculiar. I mean, it's one of its own. Let me tell you one thing. Right? This is a very, very peculiar situation wherein some you can say notification has come. It's not that every day you do like this. There are, because still the jury is still not out. That is the reason. ਤੁਹਾਨੂੰ ਇਹ ਵੀ ਪਤਾ ਹੈਗਾ, ਇਹ ਵੀ ਏਜ ਹਲੇ ਉਧਰ ਕੋਰਟ ਕੇਸਿਸ ਦੇ ਵਿੱਚ ਵੀ ਚੱਲ ਰਹੀ ਹੈ, ਸੋ ਲੋਟ ਮੈਨੀ ਥਿੰਗਸ ਆਰ ਗੋਇੰਗ ਔਨ। ਸਰ ਸਟੇ ਨਹੀਂ ਮਿਲੀ ਸਰ ਹਾਲੇ ਤੱਕ? ਹਾਂਜੀ, ਸਟੇ ਨਹੀਂ ਮਿਲੀ ਹਾਲੇ ਤੱਕ ਕੋਰਟ ਵਿੱਚੋਂ? that has been dismissed. ਨਹੀਂ ਉਹਨਾਂ ਨੂੰ ਕੋਈ ਸਟੇ ਨਹੀਂ। ਮੈਂ ਉਹੀ ਕਹਿ ਰਿਹਾ ਕਿਸੇ ਨੂੰ ਵੀ ਕੋਈ ਸਟੇ ਨਹੀਂ ਮਿਲੀ। ਸੋ what they are claiming, or the privately aided persons are claiming, that this notification is applicable to them also. So that is a legal point. ਹੋਰ ਕੋਈ point ਨਹੀਂ ਹੈ। That needs to be seen. ਸਰ ਮਤਲਬ ਨੋਟੀਫਿਕੇਸ਼ਨਸ ਕਵਰ ਹੁੰਦੇ ਨੇ ਜੀ, ਨੋਟੀਫਿਕੇਸ਼ਨ ਇਹ ਵੀ ਕਵਰ ਹੋ ਗਏ? यार मैं वही तो गल कर रहा ना, that's what I'm saying ना जी, this hasn't, इसी चीज पे चर्चा चल रही है, इसी चीज पे चर्चा चल रही है, हालांकि क्लैरिटी तो है पर चर्चा चल रही है भी, हाँ जी कैन इट बी और कैन इट नॉट बी, इज इट और इज इट नॉट, बिकॉज कई बारी चीज़ां की होंदी है ना, लेटर एंड स्पिरिट ऑफ द नोटिफिकेशन और एनी डॉक्यूमेंट इज समथिंग, बट द इंटरप्रिटेशन इज समथिंग, वो चीज़ां दी चर्चा चल रही है। सर मतलब also सर मतलब चर्चा के आधार पे ये बने रहेंगे? आई थिंक मेरा ख्याल, मैं आई हैव एक्सप्लेन टू यू इन, आई जी थिंक सर मतलब चर्चा के आधार पे चलते रहेंगे जी ये? फिर वही ਤੁਸੀਂ ਮੁੜ ਕੇ ਉਸੇ ਕੁਐਸਚਨ ਤੇ ਆ ਜਾਂਦੇ ਹੋ ਸਰ। ਗਲਤ ਹੈ ਸਰ ਤੁਸੀਂ ਵੈਰੀ ਫਸਟ ਲਾਈਨ ਤੁਸੀਂ ਕਿਹਾ ਵੀ ਇਲੀਗਲ ਨੇ ਉਹ, ਤੁਸੀਂ ਬਿਲਕੁਲ ਸ਼ੁਰੂਆਤੀ ਦੌਰ ਤੁਸੀਂ ਕਿਹਾ ਵੀ ਜਿਹੜੇ ਉੱਥੇ ਲੱਗੇ ਹੋਏ ਨੇ ਉਹ ਗਲਤ ਤਰੀਕੇ ਨਾਲ ਹੈਗੇ ਨੇ, ਇਸ ਕਰਕੇ ਗ੍ਰਾਂਟ ਰੋਕੀ ਗਈ ਹੈ। ਨਹੀਂ ਮੈਂ ਨਹੀਂ ਕਿਹਾ, ਬਿਲਕੁਲ ਪਲੀਜ਼ ਡੋਨਟ ਡਿਸਟੋਰਟ ਮਾਈ ਵਰਡਸ। ਤੁਸੀਂ ਇਹ ਨਹੀਂ ਕਿਹਾ ਵੀ ਗ੍ਰਾਂਟ, ਸਰ ਫਿਰ ਗ੍ਰਾਂਟ ਕਿਉਂ ਰੋਕੀ ਹੈ? ਨੋਟ ਐਟ ਆਲ ਜੀ, ਨੋਟ ਗ੍ਰਾਂਟ ਹੀ ਨੇੜਾ, ਬਸ ਇਹ ਤੁਹਾਨੂੰ ਦੱਸਿਆ ਨਹੀਂ, ਫਿਰ ਗ੍ਰਾਂਟ ਕਿਉਂ ਰੋਕੀ ਹੈ ਜੇ ਠੀਕ ਨੇ? kind of a version यार। अच्छा सर जे वो ठीक ने फिर सर ग्रांट की रोकी है जी? I have been very kind to you। सर मैं भी बेनती कर, सर I am also requesting you sir, wait and watch। Aman sir, I have been waiting for sir for since for last 4 months sir। I think I have answered all your queries, Aman। I have answered all your queries dear, all queries have been answered to you, right? And I think the kind of a homework you have done, you know better than me। सर दैट्स व्हाई आई एम सरप्राइज्ड कि ਮੈਨੂੰ ਕੋਈ ਲੌਜੀਕਲ ਕੁਝ ਸਰ ਮਿਲਿਆ ਨਹੀਂ ਸਰ ਐਂਡ ਸਵਾਲ ਦਾ। well again that is your independent interpretation। ਚਲੋ ਠੀਕ ਹੈ ਅਮਨਦੀਪ, ਥੈਂਕ ਯੂ ਵੈਰੀ ਮਚ ਯਾਰ। ਤਾਂ ਸੀ ਡਾਇਰੈਕਟਰ ਹਾਇਰ ਐਜੂਕੇਸ਼ਨ ਅਮਨਦੀਪ ਸਿੰਘ ਪੱਟੀ ਹੋਣਾ ਦਾ ਪੱਖ। ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਅੱਜ ਮੌਜੂਦ ਨੇ ਡਾਕਟਰ ਰਜਿੰਦਰ ਕੁਮਾਰ ਸਿੰਗਲਾ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਸਰ। ਤੁਸੀਂ ਗੱਲਬਾਤ ਸੁਣੀ ਹੈ, ਡੀਐਚਈ ਸਾਹਿਬ ਨੇ ਕੀ ਕੁਝ ਕਿਹਾ ਹੈ, ਤੁਹਾਡੀ ਗੱਲ ਹਜਮ ਹੁੰਦੀ ਹੈ? ਇਹਦੇ ਵਿੱਚ ਇਹਨਾਂ ਨੇ 3-4 ਚੀਜ਼ਾਂ ਕਹੀਆਂ ਨੇ, ਮੇਰੇ ਹਿਸਾਬ ਨਾਲ ਸਾਰੀਆਂ ਗਲਤ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਜੇ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਪ੍ਰਿੰਸੀਪਲ ਚੱਲੇ ਹੋਏ ਨੇ ਤਾਂ ਕੀ ਐਕਸ਼ਨ ਲੈ ਸਕਦੇ ਨੇ। ਉਹਨਾਂ ਨੇ ਕਿਹਾ ਕਿ ਬਲੈਕ ਐਂਡ ਵਾਈਟ ਦੇ ਵਿੱਚ ਕੋਈ ਇਹ ਰੂਲ ਨਹੀਂ ਹੈ, ਜਦ ਕਿ 1978 ਦੇ ਵਿੱਚ ਜਦੋਂ ਇਹਨਾਂ ਨੂੰ ਕਾਲਜਾਂ ਨੂੰ ਗ੍ਰਾਂਟ ਮਿਲਣੀ ਸ਼ੁਰੂ ਹੋਈ ਸੀ ਉਸੇ ਟਾਈਮ ਦੇ ਰੂਲ ਬਕਾਇਦਾ ਐਗਜ਼ਿਸਟ ਕਰਦੇ ਨੇ। ਤੁਸੀਂ ਇਹ ਦੇਖ ਸਕਦੇ ਹੋ, ਇਹ ਲੈਟਰ ਨੇ, ਪੰਜਾਬ ਗਵਰਨਮੈਂਟ ਦਾ ਲੈਟਰ ਹੈ, ਇਹ ਬਕਾਇਦਾ ਚੰਡੀਗੜ੍ਹ ਤੇ ਵੀ ਲਾਗੂ ਹੁੰਦਾ ਹੈ ਜੀ 1978 ਦਾ ਵਿੱਚ ਜੀ। ਇਸ ਦੇ ਵਿੱਚ ਰੂਲ ਨੰਬਰ 14 ਦੇਖ ਸਕਦੇ ਹੋ। ਇਹ ਰੂਲ ਕੀ ਕਹਿੰਦਾ ਸਰ? ਇਹ ਰੂਲ ਸਪਸ਼ਟ ਕਹਿੰਦਾ ਹੈ, ਰੂਲ ਕਹਿੰਦਾ ਹੈ ਦਾ ਡੀਪੀਏ ਕਾਲਜਸ ਪੰਜਾਬ ਹੈਜ਼ ਦਾ ਰਾਈਟ ਟੂ ਰਿਫਿਊਜ਼, withhold, suspend, stop, withdraw the grant partially or wholly if the institution is unable to maintain proper academic standards and discipline, and shall have the right to recover any such grant in case of overpayment or misuse of grant or non-compliance with instructions issued by the government from time to ਮੇਰੇ ਖਿਆਲ ਇਸ ਤੋਂ ਕਲੀਅਰ ਤੇ ਸਪਸ਼ਟ ਹੋ ਨਹੀਂ ਸਕਦਾ ਕਿ ਜਿਹੜੀ ਗਵਰਨਮੈਂਟ ਹੈ, ਗਵਰਨਮੈਂਟ ਇਹ ਗ੍ਰਾਂਟ ਕਿਸੇ ਵੀ ਲੈਕਚਰਰ ਜਾਂ ਪ੍ਰਿੰਸੀਪਲ ਨੂੰ ਉਸ ਦੀ ਰਿਟਾਇਰਮੈਂਟ ਏਜ ਤੱਕ ਦਿੰਦੀ ਹੈ। ਔਰ ਜਿੱਥੋਂ ਤੱਕ ਸੰਬੰਧ ਹੈ ਰਿਟਾਇਰਮੈਂਟ ਏਜ ਦਾ, ਦੋ ਤਰ੍ਹਾਂ ਦੇ ਕਾਲਜਸ ਨੇ, ਇੱਕ ਗਵਰਨਮੈਂਟ ਕਾਲਜ ਤੇ ਦੂਸਰੇ ਪ੍ਰਾਈਵੇਟ ਏਡਡ ਕਾਲਜਸ। ਗਵਰਨਮੈਂਟ ਕਾਲਜਸ ਦੇ ਜੋ ਟੀਚਰ ਨੇ ਉਹ ਗਵਰਨਮੈਂਟ ਦੇ EMPLOYE ਨੇ ਤੇ ਉਹਨਾਂ ਦੇ ਉੱਤੇ ਰਿਟਾਇਰਮੈਂਟ ਏਜ ਗਵਰਨਮੈਂਟ ਰੂਲਸ ਦੇ ਹਿਸਾਬ ਨਾਲ ਹੈ ਜੀ, ਜੋ ਕਿ ਪਿੱਛੇ ਜਿਹੀ ਵਧਾ ਕੇ 65 ਸਾਲ ਕਰ ਦਿੱਤੀ ਹੈ। ਜਿੱਥੋਂ ਤੱਕ ਸੰਬੰਧ ਹੈ ਪ੍ਰਾਈਵੇਟ ਏਡਡ ਕਾਲਜਾਂ ਦਾ, ਇਹਨਾਂ ਦੇ ਵਿੱਚ ਰਿਟਾਇਰਮੈਂਟ ਏਜ ਪੰਜਾਬ ਯੂਨੀਵਰਸਿਟੀ ਕੈਲੰਡਰ ਦੇ ਹਿਸਾਬ ਨਾਲ ਹੈ, ਚਾਹੇ ਉਹ ਪ੍ਰਿੰਸੀਪਲ ਨੇ ਚਾਹੇ ਉਹ ਟੀਚਰ ਨੇ, ਜੋ ਕਿ 60 ਇਅਰਸ ਹੈ।
ਸੋ ਗਵਰਨਮੈਂਟ ਦਾ ਕੰਮ ਹੈ ਕਿ ਉਹਨਾਂ ਦੀ ਡੇਟ ਆਫ ਅਪਾਇੰਟਮੈਂਟ ਤੋਂ ਉਹਨਾਂ ਦੀ ਰਿਟਾਇਰਮੈਂਟ ਤੱਕ ਉਹਨਾਂ ਨੂੰ ਸੈਲਰੀ ਦੇਣਾ, ਜਿਹੜੀ ਕਿ 60 ਸਾਲ ਹੈ। ਸੋ ਇਸ ਕਰਕੇ ਇਹ ਕਹਿਣਾ ਕਿ ਬਲੈਕ ਐਂਡ ਵਾਈਟ ਦੇ ਵਿੱਚ ਨਹੀਂ ਹੈ, ਇਹ ਬਿਲਕੁਲ ਗਲਤ ਹੈ, ਸਪਸ਼ਟ ਹੈ। ਦੂਸਰਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਫਿਲਹਾਲ ਕੋਈ ਜਿਹਾ ਕੇਸ ਨਹੀਂ ਆਇਆ, ਖਾਸ ਕਰਕੇ ਉਹਨਾਂ ਦੇ ਟੈਨਿਓਰ ਦੇ ਵਿੱਚ। ਪਹਿਲੀ ਗੱਲ ਤਾਂ ਟੈਨਿਓਰ ਦਾ ਇਸ ਤੇ ਕੋਈ ਲਿੰਕ ਨਹੀਂ ਹੈ, ਕਿਉਂਕਿ ਉਹਨਾਂ ਦੀ ਟੈਨਿਓਰ ਸਟਾਰਟ ਹੋਣ ਤੋਂ ਬਾਅਦ ਵੀ ਅਗਰ ਕੋਈ ਵਾਇਲੇਸ਼ਨਸ ਦੇ ਕੇਸ ਪੈਂਡਿੰਗ ਨੇ, ਐਗਜ਼ਿਸਟ ਕਰਦੇ ਨੇ, ਤਾਂ ਉਹਨਾਂ ਤੇ ਐਕਸ਼ਨ ਲੈਣਾ ਇਹਨਾਂ ਦੀ ਹੀ ਡਿਊਟੀ ਹੈ, ਭਾਵੇਂ ਇਹਨਾਂ ਦੀ ਟੈਨਿਓਰ ਕਦੇ ਵੀ ਸ਼ੁਰੂ ਹੋਈ ਹੋਵੇ। ਔਰ ਜਿੱਦ ਤੱਕ ਸੰਬੰਧ ਹੈ ਵਾਇਲੇਸ਼ਨ ਦਾ, ਮੈਨੂੰ ਜਿੱਦ ਤੱਕ ਖਿਆਲ ਹੈ 50-60 ਕੇਸ ਤਾਂ ਘੱਟੋ ਘੱਟ ਪਿਛਲੇ 10-12 ਸਾਲਾਂ ਦੇ ਵਿੱਚ ਮੈਂ ਹੀ ਲਿਖ ਕੇ ਇਹਨਾਂ ਦੇ ਨੋਟਿਸ ਲਿਆਂਦੇ ਹੋਣਗੇ ਕਿ ਕਿਵੇਂ DHE ਆਫਿਸ ਪ੍ਰਾਈਵੇਟ ਕਾਲਜਾਂ ਦੇ ਵਿੱਚ ਰੂਲ ਰੈਗੂਲੇਸ਼ਨ ਦੀਆਂ ਧੱਜੀਆਂ ਉਡਾ ਰਹੇ ਨੇ। ਉਹਦੇ ਪਰ ਕੋਈ ਐਕਸ਼ਨ ਵੀ ਹੋਇਆ ਕਿ ਨਹੀਂ? ਐਕਸ਼ਨ ਹਜੇ ਤੱਕ ਖਾਸ ਕਿਸੇ ਤੇ ਵੀ ਨਹੀਂ ਹੋਇਆ। ਇੱਕ ਕੇਸ ਦੇ ਵਿੱਚ ਮੈਨੂੰ ਯਾਦ ਹੈ ਕਿ ਜਦ ਮੈਂ ਕੰਪਲੇਂਟ ਕੀਤੀ ਸੀ, ਪੁਲਿਸ ਕੋਲ ਗਿਆ ਸੀ ਤੇ ਪੁਲਿਸ ਕੰਪਲੇਂਟਸ ਅਥਾਰਟੀ ਕੋਲ ਗਿਆ ਸੀ ਤੇ FIR ਦਰਜ ਹੋਈ ਸੀ। ਅਦਰਵਾਈਜ਼ ਡਾਇਰੈਕਟਰ ਹਾਇਰ ਐਜੂਕੇਸ਼ਨ ਆਫਿਸ ਨੇ ਅੱਜ ਤੱਕ ਕਿਸੇ ਵੀ ਕਾਲਜ ਦੇ ਅਗੇਂਸਟ ਜਾਂ ਕਿਸੇ ਵੀ ਵਾਇਲੇਸ਼ਨ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਿਆ। ਜੀ ਜਿਹੜਾ ਪਹਿਲਾ ਇਹਨਾਂ ਤੁਸੀਂ ਜਵਾਬ ਜਾਂ ਸਵਾਲ ਕੀਤਾ ਹੈ, ਜਿਹੜਾ DHE ਸਾਹਿਬ ਕਹਿੰਦੇ ਨੇ ਕਿ ਬਲੈਕ ਐਂਡ ਵਾਈਟ ਕੁਝ ਨਹੀਂ ਹੈਗਾ, ਮੈਂ ਕੁਐਸਚਨ ਤੁਹਾਨੂੰ ਪੁੱਛਣਾ ਚਾਹਾਂਗਾ, ਜਿਹੜੀ ਤੁਸੀਂ ਇਹ ਕਾਪੀ ਚੱਕੀ ਫਿਰਦੇ ਹੋ ਜਾਂ ਨੋਟੀਫਿਕੇਸ਼ਨ ਜਿਹੜੀ ਚੱਕੀ ਫਿਰਦੇ ਹੋ, ਕਿ ਇਹ ਚੰਡੀਗੜ੍ਹ ਦੇ ਵਿੱਚ ਜਾਂ DHE ਦਫ਼ਤਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਕੋ ਹੀ ਕਾਪੀ ਹੈਗੀ ਹੈ ਜਿਹੜੀ ਤੁਸੀਂ ਚੋਰੀ ਕਰਕੇ ਲਿਆਏ? ਇਹ ਬਿਲਕੁਲ ਇੱਕੋ ਹੀ ਕਾਪੀ ਹੈ ਜੀ, ਜਿਹੜੀ ਚੋਰੀ ਨਹੀਂ ਬਲਕਿ RT ਐਕਟ ਦੇ ਵਿੱਚ ਮਿਲੀ ਹੈ। ਇਹ ਕਾਪੀ ਇਹਨਾਂ ਤੋਂ ਮੈਂ 2 ਵਾਰ ਲਈ ਹੈ। ਪਹਿਲਾਂ ਨਹੀਂ, ਮਤਲਬ ਕਿ ਜਿਹੜੀ ਉਹਨਾਂ ਕੋਲ ਸੀ ਉਹਨਾਂ ਨੇ ਆਪਣੀ ਵੀ ਦੇਤੀ ਤੁਹਾਨੂੰ? ਆਪਣੀ ਹੀ, ਉਹਨਾਂ ਕੋਲ ਕੁਝ ਨਹੀਂ ਪਿਆ? ਹਾਂ, ਉਹਨਾਂ ਕੋਲ ਕੁਝ ਨਹੀਂ, ਮੇਰੇ ਖਿਆਲ ਸ਼ਾਇਦ ਇਹ ਆਪਣੀ ਹੀ ਦੇਤੀ। ਆਪਣੇ ਕੋਲ ਜੇ ਪਿਆ ਵੀ ਹੋਊਗਾ ਤਾਂ ਇਹਨਾਂ ਨੇ ਕਦੇ ਦੇਖਣ ਦੀ ਜ਼ਰੂਰਤ ਹੀ ਨਹੀਂ ਸਮਝੀ, ਕਿਉਂਕਿ ਇਹਨਾਂ ਦਾ ਇਹ ਕਹਿਣਾ ਕਿ ਸਾਡੇ ਕੋਲ ਬਲੈਕ ਐਂਡ ਵਾਈਟ ਦੇ ਵਿੱਚ ਕੁਝ ਵੀ ਨਹੀਂ ਹੈ। ਜੇ ਨਹੀਂ ਹੈ ਫਿਰ ਇਹਨਾਂ ਨੇ ਗ੍ਰਾਂਟ ਕਿਵੇਂ ਰੋਕ ਲਈ? ਨਹੀਂ, ਸਭ ਤੋਂ ਪਹਿਲੀ ਗੱਲ ਤਾਂ ਜੇ ਨਹੀਂ ਹੈ ਤਾਂ ਇਹਨਾਂ ਨੇ ਮੈਨੂੰ RT ਐਕਟ ਦੇ ਵਿੱਚ ਕਾਪੀ ਦਿੱਤੀ ਕਿਵੇਂ? ਦੂਸਰੀ ਗੱਲ ਇਹ ਹੈ ਕਿ ਜਿਹੜਾ 1978 ਤੋਂ ਗ੍ਰਾਂਟ ਮਿਲ ਰਹੀ ਹੈ, ਇਹ ਬਕਾਇਦਾ ਕੁਝ ਟਰਮਸ ਐਂਡ ਕੰਡੀਸ਼ਨ ਦੇ ਤਹਿਤ ਮਿਲ ਰਹੀ ਹੈ। ਉਹਦਾ ਮੰਨੇ ਨੇ ਉਹ ਟਰਮਸ ਐਂਡ ਕੰਡੀਸ਼ਨ ਇਹਦੇ ਵਿੱਚ ਮੈਂਸ਼ਨ ਨੇ ਜੀ, ਉਸੇ ਕੰਡੀਸ਼ਨ ਦੇ ਮੁਤਾਬਕ ਗ੍ਰਾਂਟ ਮਿਲਦੀ ਹੈ, ਔਰ ਅਗਰ ਉਸ ਨੂੰ ਵਾਇਲੇਟ ਕਰਦੇ ਤੇ ਗ੍ਰਾਂਟ ਰੋਕੀ ਜਾ ਸਕਦੀ ਹੈ, ਘਟਾਈ ਜਾ ਸਕਦੀ ਹੈ, ਜਾਂ ਕੋਈ ਵੀ ਐਕਸ਼ਨ ਲਿਆ ਜਾ ਸਕਦਾ ਹੈ। ਸੋ ਇਹਨਾਂ ਦਾ ਇਹ ਕਹਿਣਾ ਹੈ ਕਿ ਬਲੈਕ ਐਂਡ ਵਾਈਟ ਦੇ ਵਿੱਚ ਕੋਈ ਚੀਜ਼ ਨਹੀਂ ਹੈ, ਇਹ ਵੀ ਸਪਸ਼ਟ ਕਰਦਾ ਹੈ ਕਿ ਇਹਨਾਂ ਨੇ ਕਦੇ ਇਹਨਾਂ ਰੂਲਸ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੀ ਵੈਸੇ DHE ਸਾਹਿਬ ਨੂੰ ਯਾਨੀ ਕਿ ਅਮਨਦੀਪ ਸਿੰਘ ਭੱਟੀ ਸਾਹਿਬ ਨੂੰ ਸ਼ਾਇਦ ਇਹ ਯਾਦ ਹੋਵੇ ਵੀ ਇਹ ਤੁਹਾਡੇ ਦਫ਼ਤਰ ਵੱਲੋਂ ਵੀ RTI ਦੇ ਮਾਧਿਅਮ ਦੇ ਨਾਲ ਸਿੰਗਲਾ ਸਾਹਿਬ ਨੂੰ ਪ੍ਰੋਵਾਈਡ ਕਰਵਾਈ ਗਈ ਹੈ ਕਾਪੀ। ਇਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ 14th ਯਾਨੀ ਕਿ 14ਵਾਂ ਪੁਆਇੰਟ ਜਿਹੜਾ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਵੀ ਤੁਹਾਡੇ ਕੋਲ ਅਧਿਕਾਰ ਹੈਗੇ ਨੇ, ਤੇ ਤੁਸੀਂ ਕਹਿੰਦੇ ਹੋ ਬਲੈਕ ਐਂਡ ਵਾਈਟ ਕੁਝ ਹੈ ਨਹੀਂ ਹੈ। ਜੇ ਬਲੈਕ ਐਂਡ ਵਾਈਟ ਵਿੱਚ ਕੁਝ ਹੈ ਨਹੀਂ ਹੈ ਜਨਾਬ, ਤੁਸੀਂ 95% ਗ੍ਰਾਂਟ ਚਾਹੇ DAV ਦੀ ਹੋਵੇ ਚਾਹੇ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਸੈਕਟਰ 36 ਦੀ ਹੋਵੇ, ਉਹ ਰੋਕੀ ਕਿਵੇਂ ਹੈ? ਸਵਾਲ ਠੀਕ ਹੈ ਕਿ ਨਹੀਂ? ਬਿਲਕੁਲ ਜੀ। ਅੱਗੇ ਤੀਜਾ ਪੁਆਇੰਟ ਕੀ ਸੀ? ਦੂਜਾ ਤਾਂ ਸੀਗਾ ਕਿ ਮੇਰੇ ਟੈਨਿਓਰ ਸ਼ਾਇਦ ਕੁਝ ਐਸਾ ਹੋਇਆ ਨਹੀਂ। ਇੱਕ ਇਹ ਡਿਸਪੈਰਿਟੀ ਦੀ ਗੱਲ ਕਰਦੇ ਆ ਕਿ ਇਹ ਜਦੋਂ ਪ੍ਰਿੰਸੀਪਲਸ ਨੇ ਕੰਟੀਨਿਊ ਕੀਤਾ ਤਾਂ ਡਿਸਪੈਰਿਟੀ ਨੂੰ ਖਤਮ ਕਰਨ ਲਈ ਕਈ ਮੀਟਿੰਗਸ ਹੋ ਰਹੀਆਂ ਸੀ, ਡਿਸਕਸ਼ਨਸ ਹੋ ਰਹੀ ਸੀ ਜੀ। ਇਹਦੇ ਵਿੱਚ ਕੋਈ ਡਿਸਪੈਰਿਟੀ ਨਹੀਂ ਜੀ। 2 ਤਰ੍ਹਾਂ ਦੇ ਕਾਲਜਸ ਨੇ, ਗਵਰਨਮੈਂਟ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਪ੍ਰਾਈਵੇਟ ਏਡਡ, ਦੋਨਾਂ ਦੀ ਰਿਟਾਇਰਮੈਂਟ ਏਜ ਅਲੱਗ-ਅਲੱਗ ਹੈ ਔਰ ਅਲੱਗ-ਅਲੱਗ ਰੂਲਸ ਦੇ ਤਹਿਤ ਉਹ ਫਿਕਸ ਕੀਤੀ ਜਾਂਦੀ ਹੈ। ਸੋ ਇਸ ਦੇ ਵਿੱਚ ਡਿਸਪੈਰਿਟੀ ਕੋਈ ਨਹੀਂ। ਸਰ ਨਾਲ ਡਿਸਪੈਰਿਟੀ DHE ਨੇ ਦੇਖਣੀ ਹੈ ਜੀ, ਉਹਨਾਂ ਦਾ ਰੂਲ ਦੇ ਹਿਸਾਬ ਨਾਲ ਚੱਲਣਾ ਹੈ ਨਾ। ਜਿਵੇਂ ਹੁਣ ਪੰਜਾਬ ਯੂਨੀਵਰਸਿਟੀ ਕੈਲੰਡਰ ਹੈ ਜਿਹਦੇ ਵਿੱਚ 60 ਸਾਲ ਦੀ ਏਜ ਹੈਗੀ ਹੈ, ਤੁਸੀਂ ਤਾਂ ਹੀ ਉਹਦਾ ਗ੍ਰਾਂਟ ਰੋਕੀ ਹੈ ਨਾ। ਜੇ ਤੁਹਾਨੂੰ ਲੱਗਦਾ ਹੈ ਵੀ ਹਾਂਜੀ ਉਹ 60 ਸਾਲ ਦੇ ਵਿੱਚ ਰਿਟਾਇਰ ਹੋ ਗਏ ਹੈ, ਤੇ ਪੈਰਿਟੀ ਦੇਖਣਾ ਇਹਨਾਂ ਦਾ ਕੰਮ ਹੈ ਕਿ ਸਰਕਾਰ ਦਾ ਕੰਮ ਹੈ? ਬਿਲਕੁਲ। ਔਰ ਵੈਸੇ ਵੀ ਜੇ ਇਹਨਾਂ ਨੂੰ ਇਹ ਚੀਜ਼ ਡਿਸਪੈਰਿਟੀ ਲੱਗਦੀ ਸੀ ਤਾਂ ਹੁਣ ਤਾਂ ਇਹਨਾਂ ਨੇ 15 ਫਰਵਰੀ ਨੂੰ ਲੈਟਰ ਕੱਢ ਕੇ ਇਹ ਮੰਨ ਲਿਆ ਕਿ ਜਿਹੜੇ ਪ੍ਰਾਈਵੇਟ ਏਡਡ ਕਾਲਜ ਹੈ ਇਹਨਾਂ ਦੀ ਰਿਟਾਇਰਮੈਂਟ ਏਜ 60 ਸਾਲ ਹੈ ਜੀ, ਇਹ ਮੰਨ ਲਿਆ ਤੇ ਇਹ ਮੰਨਣ ਤੋਂ ਬਾਅਦ ਵੀ ਪ੍ਰਿੰਸੀਪਲ ਕੰਟੀਨਿਊ ਕਰ ਰਹੇ ਨੇ। ਹੁਣ ਕਿਵੇਂ ਕੰਟੀਨਿਊ ਕਰ ਰਹੇ ਨੇ ਜੀ? ਤੇ ਇਸ ਦੇ ਇਲਾਵਾ ਇਹ ਇੱਕ ਚੀਜ਼ ਇਹ ਵੀ ਕਹਿ ਰਹੇ ਨੇ ਕਿ ਜੋ ਉਹਨਾਂ ਦੀ ਸੈਲਰੀ ਹੈ ਪ੍ਰਿੰਸੀਪਲ ਦੀ ਜੀ, ਉਹ ਅਸੀਂ ਡਿਸਕੰਟੀਨਿਊ ਕਰਤੀ। ਇੱਥੇ ਵੀ ਫਿਰ ਉਹੀ ਸਵਾਲ ਹੈ, ਫਿਰ ਬਲੈਕ ਐਂਡ ਵਾਈਟ ਤਾਂ ਹੈ ਹੀ ਨਹੀਂ ਤੁਹਾਡੇ ਕੋਲ। ਹਾਂ, ਜੇ ਬਲੈਕ ਐਂਡ ਵਾਈਟ ਹੈ ਹੀ ਨਹੀਂ ਤਾਂ ਤੁਸੀਂ ਉਹਨਾਂ ਦੀ ਸੈਲਰੀ ਕਿਵੇਂ ਰੋਕ ਸਕਦੇ ਸੀ? ਤੇ ਜੇ ਸੈਲਰੀ ਰੋਕਤੀ ਇਹਦਾ ਮਤਲਬ ਬਲੈਕ ਐਂਡ ਵਾਈਟ ਦੇ ਵਿੱਚ ਕੋਈ ਚੀਜ਼ ਹੈ ਤੇ ਉਹਨਾਂ ਦੀ ਕੰਟੀਨਿਊਐਂਸ ਇਲੀਗਲ ਹੈ, ਗਲਤ ਹੈ, ਤੇ ਫਿਰ ਉਹ ਚੱਲ ਕਿਵੇਂ ਰਹੇ ਨੇ? ਔਰ ਖਾਸ ਕਰਕੇ 15 ਫਰਵਰੀ ਨੂੰ ਸਪਸ਼ਟ ਤੌਰ ਤੇ ਪੱਤਰ ਇਸ਼ੂ ਕਰਨ ਦੇ ਬਾਵਜੂਦ ਵੀ ਚੱਲ ਰਹੇ ਨੇ। ਮਤਲਬ ਭੱਟੀ ਸਾਹਿਬ ਯਾਨੀ ਕਿ DHE ਸਾਹਿਬ ਆਪਣੇ ਬਿਆਨਾਂ ਦੇ ਵਿੱਚ ਆਪ ਹੀ ਫਸ ਗਏ। ਹਾਂਜੀ, ਕਿਉਂਕਿ ਜੇ ਉਹ ਕਹਿ ਰਹੇ ਨੇ ਕਿ ਜਿਵੇਂ ਹੁਣ ਤੁਸੀਂ ਗੱਲ ਕਹੀ ਹੈ ਵੀ ਅਸੀਂ ਗ੍ਰਾਂਟ ਰੋਕੀ, 60 ਸਾਲ ਦੀ ਏਸੀ ਹੋ ਗਈ, ਅਸੀਂ ਗ੍ਰਾਂਟ ਰੋਕੀ, ਜੇ ਬਲੈਕ ਐਂਡ ਵਾਈਟ ਕੁਝ ਹੈ ਹੀ ਨਹੀਂ ਫਿਰ ਉਹੀ ਕੁਐਸਚਨ ਆ ਜਾਂਦਾ ਵੀ ਤੁਸੀਂ ਰੋਕੀ ਕਿਵੇਂ? ਔਰ ਇੱਕ ਇਹ ਗੱਲ ਕਰਦੇ ਆ ਕਿ ਸੈਲਰੀ ਦੀ ਜੀ, ਇਹ ਸਮਝਦੇ ਨੇ ਕਿ ਸ਼ਾਇਦ ਸਾਡਾ ਕੰਮ 95% ਗ੍ਰਾਂਟ ਦੇਣਾ ਜਾਂ ਰੋਕਣਾ ਹੈ, ਬਾਕੀ ਕਾਲਜ ਕੁਝ ਵੀ ਕਰਦੇ ਰਹਿਣ ਜੀ। ਕਾਲਜ ਇੱਕ ਪਬਲਿਕ ਇੰਸਟੀਟਿਊਸ਼ਨ ਹੈ, ਪ੍ਰਿੰਸੀਪਲ ਦੀ ਪੋਸਟ ਇੱਕ ਪਬਲਿਕ ਪੋਸਟ ਹੈ, ਬਕਾਇਦਾ ਐਡਵਰਟਾਈਜ਼ਮੈਂਟ ਦੇ ਕੇ ਪਬਲਿਕ ਤੋਂ ਅਰਜ਼ੀਆਂ ਲੈ ਕੇ ਭਰੀ ਜਾਂਦੀ ਹੈ। ਇਹ ਨਹੀਂ ਹੈ ਕਿ ਜੇ ਤਾਂ 95% ਗ੍ਰਾਂਟ ਦੇ ਰਹੇ ਹਾਂ
ਫਿਰ ਤਾਂ ਪ੍ਰਿੰਸੀਪਲ ਦੀ ਨਿਯੁਕਤੀ ਬਕਾਇਦਾ ਪ੍ਰੋਪਰ ਹੋਏਗੀ ਤੇ ਅਪਰੂਵਡ ਹੋਏਗੀ। ਤੇ ਜੇ 95% ਗ੍ਰਾਂਟ ਬੰਦ ਕਰਤੀ ਫਿਰ ਕਿਸੇ ਨੂੰ ਵੀ ਪ੍ਰਿੰਸੀਪਲ ਲਾ ਸਕਦੇ ਨੇ। ਉਹਨਾਂ ਨੇ ਇੱਕ ਸ਼ਬਦ ਯੂਜ਼ ਕੀਤਾ ਪਰਸਨਲ ਪਾਕਟ। ਪਰਸਨਲ ਪਾਕਟ ਤਾਂ ਕੋਈ ਹੁੰਦੀ ਨਹੀਂ, ਚਾਹੇ ਉਹ ਗ੍ਰਾਂਟ 95% ਗਵਰਨਮੈਂਟ ਦੇ ਰਹੀ ਹੈ, ਚਾਹੇ ਉਹ ਕਾਲਜ ਦੇ ਫੰਡ ਚੋਂ ਦੇ ਰਿਹਾ ਹੈ, ਪੂਰਾ ਪੈਸਾ ਜਿਹੜਾ ਹੈ ਪਬਲਿਕ ਬਣੀ ਹੈ, ਜਿਹੜਾ ਕਿ ਬਿਲਕੁਲ ਰੂਲ ਰੈਗੂਲੇਸ਼ਨ ਦੇ ਮੁਤਾਬਕ ਯੂਜ਼ ਹੋ ਸਕਦਾ ਹੈ, ਗੈਰ ਕਾਨੂੰਨੀ ਢੰਗ ਨਾਲ ਨਹੀਂ। ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਕਿਉਂ ਨਹੀਂ ਚੈੱਕ ਕਰ ਰਹੇ ਕਿ ਜੇ ਪ੍ਰਿੰਸੀਪਲ ਗੈਰ ਕਾਨੂੰਨੀ ਨੇ ਤਾਂ ਉਹਨਾਂ ਦੀ ਤਨਖਾਹ ਕਿਹੜੇ ਫੰਡ ਚੋਂ ਕੱਢੀ ਜਾ ਰਹੀ ਹੈ ਤੇ ਕਿਵੇਂ ਕੱਢੀ ਜਾ ਰਹੀ ਹੈ। ਕਿਤੇ ਐਂ ਤਾਂ ਨਹੀਂ ਜਿਹੜੀ ਪਰਸਨਲ ਪਾਕਟ ਦੀ ਗੱਲ ਹੋਈ ਹੈ ਕਿਸੇ ਦੀ ਪਰਸਨਲ ਪਾਕਟ ਭਰੀ ਜਾ ਰਹੀ ਹੋਵੇ? ਕੋਈ ਵੱਡੀ ਗੱਲ ਨਹੀਂ, ਕਿਉਂਕਿ ਜਿਹੜਾ ਮੈਰਿਟ ਤੇ ਸਿਲੈਕਟਡ ਪ੍ਰਿੰਸੀਪਲ ਹੈ ਉਹ ਸ਼ਾਇਦ ਰੂਲ ਰੈਗੂਲੇਸ਼ਨ ਤੋਂ ਬਾਹਰ ਜਾ ਕੇ ਇਹਨਾਂ ਨੂੰ ਅਪਲਾਈਜ਼ ਨਹੀਂ ਕਰੇਗਾ, ਪਰ ਜੇ ਆਪਣੇ ਹੀ ਚਹੇਤਿਆਂ ਨੂੰ ਰੱਖਿਆ ਜਾਵੇ ਔਰ ਉਹ ਵੀ ਉਸ ਟਾਈਮ ਜਦੋਂ ਉਹ ਉਸ ਕੁਰਸੀ ਦੇ ਹੱਕਦਾਰ ਨਹੀਂ ਹੈ ਤਾਂ ਇਹਨਾਂ ਨੂੰ ਖੁਸ਼ ਕਰਨ ਲਈ ਜਾਂ ਕਾਲਜ ਦੇ ਫੰਡਾਂ ਚੋਂ ਪੈਸੇ ਕੱਢਣ ਲਈ ਕੁਝ ਵੀ ਕਰ ਸਕਦੇ ਨੇ। ਸਿੰਗਲਾ ਸਾਹਿਬ, ਇਹ ਤਾਂ ਸੀ ਡੀਐਚਈ ਸਾਹਿਬ ਦੇ ਨਾਲ ਹੋਈ ਗੱਲਬਾਤ ਦਾ ਜ਼ਿਕਰ। ਹਾਂਜੀ, ਮੈਂ ਸੁਣਿਆ ਤੁਸੀਂ ਆਰਟੀਆਈ ਵੀ ਪਾਈ ਸੀ ਡੀਐਚਈ ਦਫ਼ਤਰ ਦੇ ਵਿੱਚ ਤੇ ਉਹਦਾ ਜਵਾਬ ਵੀ ਬੜਾ ਬੇਹੂਦਾ ਹੈ। ਇਹਦੇ ਵਿੱਚ ਆਰਟੀ ਵੀ ਪਾਈ ਸੀ ਜੀ ਔਰ ਉਹਦੇ ਵਿੱਚ ਸਵਾਲ ਬੜੇ ਸਿੰਪਲ ਪੁੱਛੇ ਸੀ, ਕਿਉਂਕਿ ਡੀਐਚਈ ਆਫਿਸ ਕਾਲਜਾਂ ਨੂੰ ਗ੍ਰਾਂਟ ਦਿੰਦਾ ਹੈ ਤਾਂ ਮੈਂ ਇਹਨਾਂ ਨੂੰ ਸਿੰਪਲ ਇਹ ਪੁੱਛਿਆ ਸੀ ਕਿ ਅੱਜ ਇਹਨਾਂ ਨੇ ਕਿੰਨੇ ਕਾਲਜ ਨੇ ਪ੍ਰਾਈਵੇਟ ਜਿਨ੍ਹਾਂ ਨੂੰ ਤੁਸੀਂ ਗ੍ਰਾਂਟ ਦਿੰਦੇ ਹੋ, ਉਹ ਇਹਨਾਂ ਨੇ ਕਿਹਾ 7 ਕਾਲਜ ਨੇ ਤੇ ਉਹਨਾਂ ਦੇ ਨਾਂ ਦੇ ਦਿੱਤੇ ਨੇ। ਠੀਕ ਹੈ। ਹੁਣ ਮੇਰਾ ਦੂਸਰਾ ਸਵਾਲ ਸੀ ਕਿ ਇਹ ਜਿਹੜੇ ਪ੍ਰਾਈਵੇਟ ਏਡਡ ਕਾਲਜਸ ਨੇ ਇਹਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਇਹਨਾਂ ਕਾਲਜਸ ਦੇ ਪ੍ਰਿੰਸੀਪਲ ਦਾ ਨਾਂ ਕੀ ਹੈ? ਜੋ ਵੀ ਪ੍ਰਿੰਸੀਪਲ ਹੈ ਉਹ ਰੈਗੂਲਰ ਹੈ ਜਾਂ ਆਫੀਸ਼ੀਏਟਿੰਗ? ਕਿਉਂਕਿ ਜੋ ਰੈਗੂਲਰ ਹੈ ਤਾਂ ਪ੍ਰਿੰਸੀਪਲ ਦੀ ਗ੍ਰਾਂਟ ਨਹੀਂ ਆ ਰਹੀ ਹੈ ਤੇ ਜੋ ਆਫੀਸ਼ੀਏਟਿੰਗ ਨੇ ਤਾਂ ਫਿਰ ਆਫੀਸ਼ੀਏਟਿੰਗ ਪ੍ਰਿੰਸੀਪਲ ਟੀਚਰ ਦੀ ਲੈਕਚਰਰ ਦੀ ਸੈਲਰੀ ਲੈ ਰਿਹਾ ਹੈ, ਪ੍ਰਿੰਸੀਪਲ ਦੀ ਗ੍ਰਾਂਟ ਨਹੀਂ ਆ ਰਹੀ। ਸੋ ਇੱਕ ਪ੍ਰਿੰਸੀਪਲ ਦਾ ਨਾਮ ਦੱਸਿਆ ਜਾਵੇ, ਦੂਸਰਾ ਡਰਾਇੰਗ ਐਂਡ ਡਿਸਬਰਸਮੈਂਟ ਆਫੀਸਰ ਦਾ ਨਾਮ ਦੱਸਿਆ ਜਾਵੇ, ਤੀਸਰਾ ਮੈਂ ਪੁੱਛਿਆ ਸੀ ਕਿ ਏਜ ਆਫ ਸੁਪਰਐਨੂਏਸ਼ਨ ਕੀ ਹੈ, ਤੇ ਚੌਥਾ ਮੈਂ ਇਹ ਪੁੱਛਿਆ ਸੀ ਕਿ ਕਿਹੜੇ ਟੀਚਰ ਜਾਂ ਪ੍ਰਿੰਸੀਪਲ ਨੇ ਜਿਹੜੇ 60 ਸਾਲ ਦੀ ਉਮਰ ਕ੍ਰਾਸ ਕਰ ਚੁੱਕੇ ਨੇ ਤੇ ਉਹਨਾਂ ਦਾ ਸਟੇਟਸ ਕੀ ਹੈ ਗ੍ਰਾਂਟੀਨੇਟ ਦਾ, ਮਿਲ ਰਹੀ ਹੈ ਜਾਂ ਨਹੀਂ। ਇਹ ਬੜੇ ਸੌਖੇ ਸਵਾਲ, ਸਿੰਪਲ ਸਵਾਲ ਸੀ ਔਰ ਕੁਦਰਤੀ ਗੱਲ ਹੈ ਕਿ ਡੀਐਚਈ ਆਫਿਸ ਕਿਉਂਕਿ ਗ੍ਰਾਂਟ ਦਿੰਦਾ ਹੈ ਤਾਂ ਐਕਚੁਅਲੀ ਇਹਨਾਂ ਕੋਲ ਲਿਸਟ ਹੋਏਗੀ, ਇਹਨਾਂ ਕੋਲ ਪ੍ਰਿੰਸੀਪਲ ਦਾ ਨਾਮ ਹੋਏਗਾ, ਰਿਕਾਰਡ ਮੇਨਟੇਨ ਕੀਤਾ ਹੋਣਾ ਹੈ। ਫਿਰ ਕਿਉਂਕਿ ਪ੍ਰਿੰਸੀਪਲ ਨੂੰ ਰਿਟਾਇਰਮੈਂਟ ਏਜ ਤੱਕ ਸੈਲਰੀ ਦਿੰਦੇ ਆ, ਇਹਦਾ ਮਤਲਬ ਇਹਨਾਂ ਨੂੰ ਰਿਟਾਇਰਮੈਂਟ ਏਜ ਵੀ ਪਤਾ ਹੈ। ਫਿਰ ਕਿਉਂਕਿ ਜੇ ਗ੍ਰਾਂਟ ਦੇ ਰਹੇ ਨੇ ਜਾਂ ਨਹੀਂ ਦੇ ਰਹੇ ਨੇ ਤੇ ਇਹਨਾਂ ਨੂੰ ਇਹ ਵੀ ਪਤਾ ਵੀ ਉਹ ਰਿਟਾਇਰਮੈਂਟ ਏਜ ਤੇ ਉਹ ਪਹੁੰਚ ਗਏ ਨੇ ਜਾਂ ਨਹੀਂ। ਸੋ ਇਹ ਸਾਰੇ ਸਵਾਲ ਪੁੱਛੇ ਸੀ ਤੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਆਫਿਸ ਦੇ ਸੁਪਰਡੈਂਟ ਨੇ ਮਿਸਟਰ ਐਸ ਪ੍ਰਸਾਦ, ਸ਼ਿਵ ਪ੍ਰਸਾਦ, ਉਹਨਾਂ ਨੇ ਨਾਮ ਵੀ ਪ੍ਰੋਪਰ ਪੂਰਾ ਨਹੀਂ ਲਿਖਿਆ, ਉਹਨਾਂ ਨੇ ਕੋਈ ਵੀ ਜਾਣਕਾਰੀ ਦੇਣ ਦੀ ਬਜਾਏ ਐਪਲੀਕੇਸ਼ਨ ਕਾਲਜਾਂ ਨੂੰ ਭੇਜਤੀ, ਯਾਨੀ ਕਿ ਉਹਨਾਂ ਕੋਲ ਕੋਈ ਰਿਕਾਰਡ ਨਹੀਂ, ਉਹਨਾਂ ਨੂੰ ਕੁਝ ਨਹੀਂ ਪਤਾ ਕਿ ਜਿਨ੍ਹਾਂ ਪ੍ਰਿੰਸੀਪਲਾਂ ਨੂੰ ਇਹ 95% ਗ੍ਰਾਂਟ ਦੇ ਰਹੇ ਨੇ ਜਾਂ ਨਹੀਂ ਦੇ ਰਹੇ ਨੇ ਉਹਨਾਂ ਦਾ ਨਾਂ ਕੀ ਹੈ, ਉਹਨਾਂ ਦੀ ਰਿਟਾਇਰਮੈਂਟ ਏਜ ਕੀ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ 95% ਗ੍ਰਾਂਟ ਗਵਰਨਮੈਂਟ ਕਾਲਜਾਂ ਨੂੰ ਭੇਜ ਰਹੀ ਹੈ ਉਹ ਕਾਲਜ ਦੇ ਵਿੱਚ ਕਿਹੜਾ ਅਪਰੂਵਡ ਆਥੋਰਾਈਜ਼ਡ ਡਰਾਇੰਗ ਐਂਡ ਡਿਸਬਰਸਮੈਂਟ ਆਫਿਸਰ ਡੀਡੀਓ ਹੈ ਜਿਹੜਾ ਉਹ ਗ੍ਰਾਂਟ ਨੂੰ ਵੰਡ ਰਿਹਾ ਤੇ ਕਾਲਜਾਂ ਨੂੰ ਪੁੱਛ ਰਿਹਾ। ਇਹ ਵੀ ਨਹੀਂ ਪਤਾ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਨੂੰ ਪਤਾ ਕੀ ਹੈ ਜੀ, ਇਹ ਵੀ ਨਹੀਂ ਪਤਾ। ਸ਼ਿਵ ਪ੍ਰਸਾਦ ਜੀ ਨੂੰ ਇਹ ਪਤਾ ਹੈ ਕਿ ਉਹਨਾਂ ਦੀ ਤਨਖਾਹ ਕਿਹੜੀ ਤਰੀਕ ਨੂੰ ਆਉਂਦੀ ਹੈ? ਬਸ ਇਹਨਾਂ ਨੂੰ ਸਿਰਫ ਤਨਖਾਹ ਦਾ ਹੀ ਪਤਾ ਹੈ ਕਿ ਹਰ ਮਹੀਨੇ ਦੇ ਐਂਡ ਤੇ ਤਨਖਾਹ ਲੈਣੀ ਹੈ ਤੇ ਆਰਟੀਏ ਦੇ ਵਿੱਚ ਪੁੱਠੇ ਸਿੱਧੇ ਜਵਾਬ ਦੇ ਕੇ ਵਕਤ ਨੂੰ ਘਸੀਟਣਾ ਹੈ। ਤੁਸੀਂ ਹੁਣ ਇਹ ਦੇਖੋ ਵੀ ਜਦੋਂ ਡੀਐਚਈ ਦਫ਼ਤਰ ਦੇ ਵਿੱਚ ਆਰਟੀਆਈ ਪਾਈ ਗਈ ਤੇ ਪੀਆਈਓ ਯਾਨੀ ਕਿ ਪਬਲਿਕ ਇਨਫੋਰਮੇਸ਼ਨ ਆਫਿਸਰ ਜੋ ਨੇ ਸ਼ਿਵ ਪ੍ਰਸਾਦ ਜੀ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪ੍ਰਾਈਵੇਟ ਏਡਡ ਜਿਹੜੇ ਕਾਲਜ ਨੇ ਉਹਨਾਂ ਦੇ ਪ੍ਰਿੰਸੀਪਲ ਦੇ ਨਾਮ ਕੀ ਨੇ, ਰਿਟਾਇਰਮੈਂਟ ਏਜ ਕੀ ਹੈ, ਡੀਡੀਓ ਦੇ ਨਾਮ ਕੀ ਨੇ। ਉਹਨਾਂ ਨੇ ਖੁਦ ਜਵਾਬ ਦੇਣ ਦੀ ਬਜਾਏ ਅੱਗੇ ਕਾਲਜਾਂ ਨੂੰ ਹੀ ਪੁੱਛ ਲਿਆ, ਤੁਸੀਂ ਦੱਸ ਦਿਓ ਵੀ ਜਨਾਬ ਤਨਖਾਹ ਕਹਿ ਲਓ ਜਾਂ ਗ੍ਰਾਂਟ 95% ਤੁਹਾਡਾ ਦਫ਼ਤਰ ਦਿੰਦਾ ਹੈ, ਤੁਹਾਡੇ ਦਫ਼ਤਰ ਦੇ ਰਾਹੀਂ ਸਰਕਾਰ ਦਿੰਦੀ ਹੈ। ਜੇ ਤੁਹਾਨੂੰ ਇਹੀ ਨਹੀਂ ਪਤਾ ਫਿਰ ਕੀ ਜੇ ਇੱਕ ਬੰਦਾ 90 ਸਾਲ ਦਾ ਹੋ ਗਿਆ ਤੁਸੀਂ ਉਦੋਂ ਤੱਕ ਉਹਨੂੰ ਤਨਖਾਹ ਵੰਡੀ ਜਾਂਦੇ ਹੋ ਜੇ ਤੁਹਾਨੂੰ ਪਤਾ ਹੀ ਨਹੀਂ ਵੀ ਰਿਟਾਇਰਮੈਂਟ ਏਜ ਕੀ ਹੈ, ਪ੍ਰਿੰਸੀਪਲ ਦਾ ਨਾਮ ਕੀ, ਤੁਹਾਨੂੰ ਕੁਝ ਨਹੀਂ ਪਤਾ। ਖੈਰ ਅਸੀਂ ਇਸ ਬਾਰੇ ਗੱਲਬਾਤ ਕਰਨ ਲਈ ਡਾਇਰੈਕਟਰ ਐਜੂਕੇਸ਼ਨ ਆਫਿਸ ਦੇ ਵਿੱਚ ਬਤੌਰ ਸੁਪਰਡੈਂਟ ਤੇ ਪੀਆਈਓ, ਸੁਪਰਡੈਂਟ ਵੀ ਨੇ ਉਹ ਤੇ ਪੀਆਈਓ ਵੀ ਨੇ ਸ਼ਿਵ ਪ੍ਰਸਾਦ ਜੀ, ਉਹਨਾਂ ਨੂੰ ਫੋਨ ਕੀਤਾ। ਫੋਨ ਜਦੋਂ ਕੀਤਾ ਤੇ ਉਹਨਾਂ ਵੱਲੋਂ ਕੀ ਜਵਾਬ ਦਿੱਤੇ ਗਏ ਤੁਸੀਂ ਗੌਰ ਦੇ ਨਾਲ ਸੁਣਿਓ, ਕਿਉਂਕਿ ਜਵਾਬਾਂ ਤੋਂ ਜਿਸ ਹਿਸਾਬ ਦੇ ਨਾਲ ਉਹ ਭੱਜੇ ਨੇ ਤੇ ਕੀ ਬਹਾਨਾ ਲਾਣਾ ਸੀ, ਉਹ ਗਲਤੀ ਦੇ ਨਾਲ ਫੋਨ ਕੱਟਣਾ ਭੁੱਲ ਗਏ ਤੇ ਉਹ ਸਾਰੀਆਂ ਗੱਲਾਂ ਜੋ ਨੇ ਉਹ ਵਰਜਨ ਦੇ ਵਿੱਚ ਰਿਕਾਰਡ ਹੋ ਗਈਆਂ। ਹੋਰ ਤਾਂ ਹੋਰ ਉਹ ਗੰਦੀਆਂ ਗਾਲਾਂ ਵੀ ਕੱਢ ਕੇ ਸਾਨੂੰ, ਕਿਉਂਕਿ ਅਸੀਂ ਸਵਾਲ ਪੁੱਛ ਰਹੇ ਸੀ, ਉਹਨਾਂ ਦਾ ਵਰਜਨ ਕੀ ਸੀ, ਕੀ ਕੁਝ ਕਿਹਾ, ਤੁਸੀਂ ਇੱਕ ਵਾਰ ਸੁਣੋ। ਹੈਲੋ ਹਾਂਜੀ ਸ਼ਿਵ ਪ੍ਰਸਾਦ ਜੀ। ਹਾਂਜੀ ਸਰ। ਸੁਪਰਡੈਂਟ ਸਾਹਿਬ ਤੇ ਆਈ ਥਿੰਕ ਪੀਆਈਓ ਡੀਐਚਈ ਵੀ ਤੁਸੀਂ ਹੋ?
जी सर, PIO 2 हैं सर। पीआईओ कॉलेजेस ਤੁਸੀਂ ਹੋ सर? कॉलेज में 2 हैं सर, एक कॉलेज 1 के, एक कॉलेज 2 के हैं। हाँ जी हाँ जी हाँ जी, आप कॉलेज 1 के हो आप? हाँ, कॉलेज 1 का हूँ। जी 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 शिव प्रसाद जी, मैं ठाकुर अमनदीप सिंह बात कर रहा हूँ द खबर साहब से, जर्नलिस्ट पत्रकार। सर पीआईओ होने के नाते मेरे ख्याल से पारदर्शिता की और जवाबदेही की जिम्मेवारी बनती है आपकी। हाँ जी सर, मेरे कुछ सवाल थे, मैंने उसमें आपका पक्ष लेना था। एक आरटीआई आई थी आपके पास जिसका जवाब आपने 24 जनवरी 2023 को दिया है। आरटीआई थी डॉक्टर RK सिंगला जी की। अच्छा जी। हाँ जी सर, उसमें उन्होंने कई सवाल किए थे, कुछ एक का तो आपने जवाब दिया है और कुछ एक आपने जो कॉलेजेस को आगे ट्रांसफर कर दिए हैं। तो मेरा सीधा सा एक सवाल ये था सर कि जो आप ग्रांट देते हैं 7 जो प्राइवेट कॉलेजेस हैं उनके प्रिंसिपल कौन कौन है, वो रेगुलर हैं या ऑफिशिएटिंग है, और वहाँ पर DDO कौन है, और उनकी या लेक्चरर की या प्रिंसिपल की रिटायरमेंट एज क्या है प्राइवेट कॉलेजेस की? अच्छा जी जी तो वो सर अब ऐसे तो है नहीं हमारे पास राइटिंग। कॉलेजों के नाम वैसे साथ ही है, वैसे नाम तो सबको पता ही है। नहीं, कॉलेज के नाम तो पता, मैं ये पूछ रहा हूँ सर, उन 7 प्राइवेट कॉलेजों के प्रिंसिपल कौन है, और वो जो भी प्रिंसिपल है वो रेगुलर है या ऑफिशिएटिंग है? और प्रिंसिपल के नाम तो मुझे सबसे याद ही नहीं है ऐसे। सर मैं होल्ड ही रख लेता हूँ, आप इंटरनेट से चेक करके बता दिए। आपने कहीं से रिकॉर्ड में मेंटेन किया होगा? हाँ जी, रिकॉर्ड मेंटेन किया होगा कहीं ना कहीं तो। आप सर होल्ड में नहीं बात बनेगी, अब बाद में आप कर लेना सर। तो अभी ना एक मीटिंग में मैं बिजी हूँ थोड़ा सा, तो सर 2 मिनट मैंने पक्ष लेना है आपका। PIO हो आप तो आपसे ही पूछूंगा सर मैं, और कहाँ जाएंगे? अरे तो मैं कौन सा मुकर रहा हूँ आपको सर, मैं भी तो कह रहा हूँ कि थोड़ा अभी तो देखना पड़ेगा ना। फिर मैं ये कह रहा हूँ मीटिंग में हूँ सर, थोड़ा सा मैं तो इतना। ठीक है सर। शिव प्रसाद जी आप ये बताइए कितनी देर में कॉल करूँ मैं आपको? अभी 2 बजकर 10 मिनट हुए हैं, 7 मिनट, 2 बजकर 7 मिनट। हाँ जी हाँ जी हाँ जी, 2:30 बजे कर लूँ? लेना ठीक है। 2:30 बजे करूँ सर कॉल? सर 2:30 बजे करूँ? जवाबदेही बनती है, यही करना वो करना, जवाबदेही सर 2:30 बजे कर लूँ कॉल? कितने कॉलेज है ये देखिए, रेगुलर प्रिंसिपल है, ऐसे है वैसे है। मैं उसको बोल दूंगा भैया राइटिंग पूछ लो RTI में, वो दे देंगे। साहब नहीं थे यार, अमनदीप कुछ और है। मैं तभी उठा लिया, बगैर चश्मे की गड़बड़ हो गया, नहीं तो सामने ही था। हाँ हेलो हेलो, जाओ आप, कहाँ जाओगे खाने? अच्छा जाओ। हेलो। ਤਾਂ ਇਹਨੇ DHE ਦਫ਼ਤਰ ਦੇ PIO शिव प्रसाद जी ਤੁਸੀਂ ਵੀ ਬਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਨੇ। ਇਹ ਉਹ ਲੋਕ ਨੇ ਜੋ ਲੋਕਾਂ ਨੂੰ ਜਾਣਕਾਰੀ ਦੇਣ ਦੀ ਤਨਖਾਹ ਲੈਂਦੇ ਨੇ, ਪਰ ਜਿਸ ਚੀਜ਼ ਦੀ ਤਨਖਾਹ ਲੈਂਦੇ ਨੇ ਉਸੇ ਕੰਮ ਤੋਂ ਭੱਜਦੇ ਨੇ ਉਲਟਾ। ਜਿਹੜੇ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਇਹਨਾਂ ਨੂੰ ਤਨਖਾਹ ਮਿਲਦੀ ਹੈ, ਉਹਨਾਂ ਲੋਕਾਂ ਦੇ ਹੀ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਹਨਾਂ ਲੋਕਾਂ ਨੂੰ ਇਹ ਗਾਲਾਂ ਕੱਢਦੇ ਨੇ। शिव प्रसाद जी ਕਦੇ ਕਦੀ ਗਾਲ DHE ਸਾਹਿਬ ਨੂੰ ਕੱਢ ਕੇ ਦੇਖਿਓ, ਫਿਰ ਪਤਾ ਲੱਗੂ ਕਿਸ ਭਾਅ ਵਿਕਦੀ ਹੈ। ਸਿੰਗਲਾ ਸਾਹਿਬ ਤੁਸੀਂ ਸੁਣਿਆ ਇਹਨਾਂ ਦਾ ਰਵੱਈਆ, ਤਨਖਾਹ ਲੋਕਾਂ ਦੇ ਟੈਕਸਾਂ ਤੋਂ ਲੈਣੀ ਹੈ ਤੇ ਉਹੀ ਲੋਕ ਜਦੋਂ ਸਵਾਲ ਪੁੱਛਦੇ ਨੇ, ਕਿਉਂਕਿ ਜਵਾਬ ਦੇਣਾ ਇਹਨਾਂ ਦਾ ਕੰਮ ਹੈ, ਇਹ PIO ਨੇ, ਤਾਂ ਉਲਟਾ ਗਾਲਾਂ ਕੱਢਦੇ ਨੇ। ਕਿਉਂਕਿ ਹੁਣ ਤੱਕ ਐਕਚੁਅਲੀ RTI ਦੇ ਵਿੱਚ ਜਵਾਬ ਉਲਟੇ ਸਿੱਧੇ ਦੇ ਕੇ ਫਸਟ ਅਪੀਲ ਪਾ ਕੇ ਸੈਕੰਡ ਅਪੀਲ ਪਾਉਂਦੇ ਕਾਫੀ ਵਕਤ ਨਿਕਲ ਜਾਂਦਾ ਹੈ। ਇਹਨਾਂ ਨੂੰ ਕਦੇ ਨੌਬਤ ਨਹੀਂ, ਇਸ ਕਰਕੇ ਸਾਡੀ ਗੱਲ ਦੇ ਬਾਅਦ ਦੇ ਵਿੱਚ ਵੀ ਜਦੋਂ ਮੈਂ ਗੱਲ ਮੁਕਾਈ ਹੈ, ਟੈਲੀਫੋਨ ਤੇ ਸਿੱਧੇ ਸਵਾਲ ਪੁੱਛੇ ਜਾਂਦੇ ਨੇ ਤਾਂ ਇਹਨਾਂ ਕੋਲ ਕੋਈ ਚਾਰਾ ਨਹੀਂ ਹੁੰਦਾ ਸਵਾਏ ਭੱਜਣ ਦੇ। ਮੈਂ ਹੁਣ ਵੀ ਜਦੋਂ ਅਸੀਂ ਸਵਾਲ ਪੁੱਛਿਆ ਹੈ ਤਾਂ ਇਹਨਾਂ ਨੂੰ ਲੱਗਿਆ ਕਿ ਫੋਨ ਕੱਟਿਆ ਗਿਆ, ਇਹ ਨਾਲ ਵਾਲਿਆਂ ਨੂੰ ਕਹਿੰਦੇ ਨੇ ਤੂੰ ਪਰੌਂਠੇ ਖਾਇਆ ਮੈਂ ਨਹੀਂ ਜਾਣਾ, ਤੇ किसी अमनदीप का आगे गाल कटी फोन था, अब आएगा मैं कह दूंगा लिखती में डाल दो, RTI डाल दो। इन्होंने पता है भी डंग किवें टपाना है। हाँ, ਇਹਨਾਂ ਨੂੰ ਪਤਾ ਹੈ ਕਿ RTI ਦੇ ਵਿੱਚ ਲਿਖ ਕੇ ਬੜੇ ਆਰਾਮ ਸਮਾਂ ਵੇਸਟ ਕਿਵੇਂ ਕਰਨਾ ਹੈ, ਲੋਕਾਂ ਨੂੰ ਹਰਾਸ ਕਿਵੇਂ ਕਰਨਾ ਹੈ, ਸਮਾਂ ਕਿਵੇਂ ਵੇਸਟ ਕਰਨਾ ਹੈ। ਤੁਹਾਨੂੰ ਤਾਂ ਸਮੇਂ ਦੀ ਕੀਮਤ ਦਾ ਨਹੀਂ ਪਤਾ ਮੇਰੇ ਖਿਆਲ ਦੇ ਵਿੱਚ, ਇਸ ਕਰਕੇ ਤੁਸੀਂ ਲੋਕਾਂ ਨੂੰ ਭੰਬਲ ਭੂਸੇ ਚ ਪਾਉਂਦੇ ਹੋ, ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਨਹੀਂ ਕਰਦੇ
ਤੇ ਮੇਰੇ ਖਿਆਲ ਦੇ ਵਿੱਚ ਡੀਐਚਈ ਸਾਹਿਬ ਇਹ ਵੀਡੀਓ ਦੇਖਣਗੇ ਨਾ ਤਾਂ ਡੀਐਚਈ ਸਾਹਿਬ ਇਹ ਦੇਖ ਲਓ ਤੁਹਾਡੇ ਨੱਕ ਹੇਠ ਇੱਕ ਤਾਂ ਗੰਦੀਆਂ ਗਾਲਾਂ ਕੱਢਦੇ ਨੇ ਸੁਪਰੀਡੈਂਟ ਲੈਵਲ ਦੇ ਬੰਦੇ ਇਹ, ਤੇ ਦੂਜੀ ਗੱਲ ਜਿਸ ਕੰਮ ਦੀ ਤਨਖਾਹ ਮਿਲਦੀ ਹੈ ਉਸ ਕੰਮ ਤੋਂ ਕੋਹਾਂ ਦੂਰ ਭੱਜਦੇ ਨੇ। ਇੱਥੇ ਇੱਕ ਚੀਜ਼ ਇਹ ਵੀ ਹੈ ਕਿ ਇਹਨਾਂ ਨੂੰ ਜਿਹੜੀ ਤਨਖਾਹ ਇਹਨਾਂ ਦੀ ਪੋਸਟ ਹੈ ਉਹ ਹੈ ਸੁਪਰਡੈਂਟ ਕਮ ਪਬਲਿਕ ਇਨਫੋਰਮੇਸ਼ਨ ਆਫੀਸਰ ਜੀ। ਦੋ ਹੀ ਡਿਊਟੀਆਂ ਨੇ ਜੀ। ਐਜ਼ ਅ ਸੁਪਰਡੈਂਟ ਇਹ ਆਫਿਸ ਆਰਡਰਸ ਨੂੰ ਐਗਜ਼ੀਕਿਊਟ ਕਰਦੇ ਨੇ, ਜੀ। ਯਾਨੀ ਕਿ ਗ੍ਰਾਂਟ ਦੇਣ ਦੇ ਵਿੱਚ ਹੈਲਪ ਕਰਦੇ ਨੇ, ਜੀ। ਤੇ ਐਜ਼ ਪਬਲਿਕ ਇਨਫੋਰਮੇਸ਼ਨ ਆਫੀਸਰ ਇਹ ਸੂਚਨਾ ਦਿੰਦੇ ਨੇ। ਜੀ। ਇਹ ਗ੍ਰਾਂਟ ਕਿਵੇਂ ਦਿੰਦੇ ਨੇ ਇਹ ਇੱਥੋਂ ਹੀ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੂੰ ਗ੍ਰਾਂਟ ਦੇ ਰਹੇ ਜੀ। ਨੇ ਉਹਨਾਂ ਦਾ ਨਾਂ ਨਹੀਂ ਪਤਾ, ਹਾਂ। ਉਹਨਾਂ ਦੀ ਏਜ ਨਹੀਂ ਪਤਾ, ਹਾਂ। ਤੇ ਸੂਚਨਾ ਕਿਵੇਂ ਦਿੰਦੇ ਨੇ ਇਹ ਇੱਥੋਂ ਹੀ ਪਤਾ ਲੱਗਦਾ ਹੈ ਕਿ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਹਾਂ। ਇਹ ਕਾਗਜ਼ਾਂ ਦੇ ਵਿੱਚ ਉਲਟੇ ਸਿੱਧੇ ਜਵਾਬ ਦੇ ਕੇ ਜਾਂ ਚਿੱਠੀਆਂ ਨੂੰ ਇੱਧਰ ਉੱਧਰ ਟ੍ਰਾਂਸਫਰ ਕਰਕੇ ਵਕਤ ਕੱਢ ਰਹੇ ਨੇ। ਯਾਨੀ ਕਿ ਚਾਹੇ ਉਹ ਸੁਪਰਡੈਂਟ ਦੀ ਹੋਵੇ ਤੇ ਚਾਹੇ ਉਹ ਸੂਚਨਾ ਅਧਿਕਾਰੀ ਦੀ, ਦੋਨੇ ਹੀ ਡਿਊਟੀਆਂ ਤੋਂ ਸਪਸ਼ਟ ਤੌਰ ਤੇ ਇਹ ਭੱਜ ਰਹੇ ਨੇ। ਇਹ ਤਾਂ ਇੱਕ ਨਾ ਅਖਾਣ ਹੁੰਦੀ ਸੀ, ਸਿਆਣੇ ਕਹਿੰਦੇ ਹੁੰਦੇ ਸੀ ਕਿ ਅੰਨੀ ਪੀਹੀ ਜਾਂਦੀ ਹੈ ਤੇ ਕੁੱਤੇ ਚੱਟੀ ਜਾਂਦੇ ਨੇ। ਮੇਰੇ ਖਿਆਲ ਦੇ ਵਿੱਚ ਇਹ ਅਖਾਣ ਢੁਕਵੀਂ ਬੈਠਦੀ ਹੈ। ਜਿਹੜਾ ਮਾਹੌਲ ਇਹ ਸਿਰਜਿਆ ਜਾ ਰਿਹਾ ਹੈ, ਚਾਹੇ ਡੀਐਚਈ ਦਫ਼ਤਰ ਦੇ ਵਿੱਚ ਬੈਠੇ ਅਧਿਕਾਰੀ ਹੋਣ, ਚਾਹੇ ਪ੍ਰਾਈਵੇਟ ਏਡਿਡ ਕਾਲਜਾਂ ਦੇ ਵਿੱਚ ਬੈਠੇ ਹੋਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਿੰਸੀਪਲ ਸਾਹਿਬਾਨ ਹੋਣ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਸੈਕਟਰ 36B ਦੇ PIU ਦੇ ਨਾਲ ਸੰਪਰਕ ਕਰਨ ਦੀ, ਪਰ ਕਰਦੇ ਕਿਵੇਂ? ਨਾ ਕੋਈ ਨੰਬਰ ਵੈਬਸਾਈਟ ਤੇ ਅਵੇਲੇਬਲ ਹੈ ਤੇ ਜਿਹੜਾ ਲੈਂਡਲਾਈਨ ਨੰਬਰ ਅਵੇਲੇਬਲ ਹੈ ਵੀ ਉਹ ਕੋਈ ਚੱਕ ਕੇ ਰਾਜ਼ੀ ਨਹੀਂ। ਹੁਣ ਚੱਕੇ ਵੀ ਕਿਵੇਂ? ਜਿਸ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਨੂੰ ਇਹ ਨਾ ਪਤਾ ਹੋਵੇ ਨਿਰਮਲ ਸਿੰਘ ਜੀ ਨੂੰ ਕਿ ਪ੍ਰਿੰਸੀਪਲ ਦੀ ਰਿਟਾਇਰਮੈਂਟ ਏਜ ਕੀ ਹੈ, ਪਹਿਲੀ ਰਿਪੋਰਟ ਅਸੀਂ ਤੁਹਾਨੂੰ ਸੁਣਾਇਆ ਸੀ, ਤੇ ਉੱਥੇ ਅਸੀਂ ਉਮੀਦ ਵੀ ਕੀ ਕਰ ਸਕਦੇ ਹਾਂ? ਜਿੱਥੇ ਦੇ ਗੈਰ ਕਾਨੂੰਨੀ ਪ੍ਰਿੰਸੀਪਲ ਜੋ ਆਪ ਮੁਹਾਰੇ ਪ੍ਰਿੰਸੀਪਲ ਬਣ ਕੇ ਹੁਣ ਬੈਠੇ ਨੇ ਡਾਕਟਰ ਐਗਨੀਸ ਢਿੱਲੋਂ, ਕਹਿੰਦੇ ਹੁਣ ਸਾਨੂੰ ਅਪਰੂਵਲ ਦੀ ਲੋੜ ਕੀ ਹੈ, ਉੱਥੇ ਅਸੀਂ ਉਮੀਦ ਵੀ ਕੀ ਕਰ ਸਕਦੇ ਹਾਂ? ਤੇ ਉੱਥੇ ਸਿੰਗਲਾ ਸਾਹਿਬ ਵੀ ਉਮੀਦ ਕੀ ਕਰਨ? ਸਿੰਗਲਾ ਸਾਹਿਬ ਨੇ ਆਰਟੀਆਈ ਪਾਈ ਸੀ, ਜਵਾਬ ਸੁਣੋ ਕੀ ਮਿਲਿਆ। ਸਿੰਗਲਾ ਸਾਹਿਬ ਆਰਟੀਆਈ ਪੇਸ਼ ਤੁਸੀਂ ਆਰਟੀਆਈ ਪਾਈ ਸੀ ਤੇ ਕਹਿੰਦੇ ਜਵਾਬ ਬੜਾ ਸੋਹਣਾ ਆਇਆ, ਜਿਹੜੀ ਬਚੀ ਕੁਛੀ ਕਸਰ ਹੈ ਉਹ ਸੁਪਰਡੈਂਟ ਨੇ ਕੱਢਤੀ ਆਰਟੀਆਈ ਚ। ਇਹਨਾਂ ਨੂੰ ਮੈਂ ਸਿੰਪਲ ਸਵਾਲ ਪੁੱਛਿਆ ਸੀ ਕਿ ਮੈਨੂੰ ਉਸ ਅਪਰੂਵਲ ਦੀ ਕਾਪੀ ਦਿੱਤੀ ਜਾਵੇ ਜਿਹਦੇ ਰਾਹੀਂ ਪੰਜਾਬ ਯੂਨੀਵਰਸਿਟੀ ਨੇ, ਡੀਐਚਈ ਆਫਿਸ ਨੇ ਤੇ ਕਾਲਜ ਦੀ ਗਵਰਨਿੰਗ ਬਾਡੀ ਨੇ ਪ੍ਰਿੰਸੀਪਲ ਨੂੰ 1 ਦਸੰਬਰ 2022 ਤੋਂ ਬਾਅਦ ਦੀ ਅਪਰੂਵਲ ਦਿੱਤੀ ਹੈ ਜੀ। ਜਵਾਬ ਆਉਂਦਾ ਕਿ ਮੰਗੀ ਗਈ ਇਨਫੋਰਮੇਸ਼ਨ ਆਰਟੀਆਈ ਦੇ ਘੇਰੇ 'ਚ ਨਹੀਂ ਹੁੰਦੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹ ਅਪਰੂਵਲ ਜਿਹਦੇ ਆਧਾਰ ਤੇ ਇੱਕ ਵਿਅਕਤੀ ਬਤੌਰ ਪ੍ਰਿੰਸੀਪਲ ਚੱਲ ਰਿਹਾ ਹੈ ਉਹ ਵੀ ਆਰਟੀ ਦੇ ਘੇਰੇ 'ਚ ਨਹੀਂ ਆਉਂਦੀ। ਦੂਸਰਾ, ਇਹਨਾਂ ਨੇ ਕਿਹਾ ਕਿ ਜੇ ਆਉਂਦੀ ਵੀ ਹੁੰਦੀ ਤਾਂ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਇਨਫੋਰਮੇਸ਼ਨ ਸੀਕਰ ਯਾਨੀ ਕਿ ਮੈਂ ਇਹਦੇ ਵਿੱਚ ਆਪਣੀਆਂ ਗ੍ਰੀਵੈਂਸਸ ਨੂੰ ਰਿਡਰੈਸ ਕਰ ਰਹੇ ਹਾਂ ਤੇ ਸੈਲਫ ਇੰਟਰਸਟ ਨੂੰ ਪ੍ਰਮੋਟ ਕਰ ਰਹੇ ਹਾਂ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਸ ਕਾਲਜ ਦੇ ਨਾਲ ਮੇਰਾ ਦੂਰੋਂ ਪਾਰੋਂ ਵੀ ਕੋਈ ਸੰਬੰਧ ਨਹੀਂ। ਮੇਰਾ ਕਿਹੜੇ ਗ੍ਰੀਵੈਂਸਸ ਹੈ ਜਿਹੜੀ ਮੈਂ ਰਿਡਰੈਸ ਕਰ ਰਹੇ ਹਾਂ ਜਾਂ ਉਹ ਕਿਹੜੇ ਸੈਲਫ ਇੰਟਰਸਟ ਹੈ ਕਾਲਜ ਨਾਲ ਜੁੜੇ ਜਿਹੜੇ ਮੈਂ ਪ੍ਰਮੋਟ ਕਰ ਰਹੇ ਹਾਂ ਕਾਲਜ ਨਾਲ। ਜੇ ਜੁੜੇ ਵੀ ਹੁੰਦੇ ਤਾਂ ਇੱਕ ਸੋਚਣ ਵਾਲੀ ਗੱਲ ਹੈ ਕਿ ਕਾਲਜ ਦੀ ਦੇ ਪ੍ਰਿੰਸੀਪਲ ਦੀ ਅਪਾਇੰਟਮੈਂਟ ਜਿਹੜੀ ਹੈ ਇਹ ਅਪਰੂਵਡ ਹੈ ਜਾਂ ਨਹੀਂ, ਇਹਦੇ ਨਾਲ ਮੇਰਾ ਕਿਵੇਂ ਕੋਈ ਇੰਟਰਸਟ ਪ੍ਰਮੋਟ ਹੋ ਸਕਦਾ ਹੈ? ਨਹੀਂ, ਇਸ ਕਾਲਜ ਦੀ ਮੈਨੇਜਮੈਂਟ ਨੇ ਜਾਂ ਕਾਲਜ ਦੇ PIU ਨੇ ਕਿ ਸਿਆਸੀ ਪਾਰਟੀਆਂ ਦੇ ਵਾਂਗ ਕੋਈ ਐਸਾ ਥਰਮਾਮੀਟਰ ਤਾਂ ਨਹੀਂ ਰੱਖਿਆ ਜਿਹਦੇ ਨਾਲ ਬੰਦੇ ਦੀ ਨੀਅਤ ਦਾ ਪਤਾ ਲੱਗਦਾ, ਕਿਉਂਕਿ ਆਮ ਤੌਰ ਤੇ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਇਹ ਬੰਦਾ ਸਾਡੀ ਪਾਰਟੀ 'ਚ ਆ ਗਿਆ ਤਾਂ ਇਮਾਨਦਾਰ ਹੋ ਗਿਆ, ਦੂਜੀ ਪਾਰਟੀ ਜਿਹੜਾ ਹੁੰਦਾ ਉਹ ਬੇਈਮਾਨ ਹੀ ਹੁੰਦਾ ਹੈ। ਵੀ ਹੁਣ PIU ਨੂੰ ਕਿਵੇਂ ਪਤਾ, ਦੇਵ ਸਮਾਜ ਕਾਲਜ ਦੇ PIU ਨੂੰ, ਵੀ ਇਹਨਾਂ ਦੇ ਦਿਲ ਵਿੱਚ ਕੀ ਹੈ, ਪਰਸਨਲ ਗ੍ਰੀਵੈਂਸਿਸ ਕੀ ਨੇ ਇਹਨਾਂ ਦਾ ਆਪਣਾ ਪਰਸਨਲ ਮੋਟਿਵ ਕੀ ਹੈ? ਆਰਟੀਆਈ ਐਕਟ ਤਾਂ ਪੜ੍ਹ ਲਓ ਤੁਸੀਂ। ਆਰਟੀਆਈ ਐਕਟ ਕਹਿੰਦਾ ਕੀ ਹੈ? ਤੁਹਾਡੇ ਫੈਮਿਲੀ ਦੇ ਵਿੱਚੋਂ, ਟੱਬਰ ਚੋਂ, ਅੱਗਿਓਂ ਪਿੱਛੋਂ ਕਿਤੇ ਕੋਈ ਐਜ਼ ਅ ਸਟੂਡੈਂਟ, ਐਜ਼ ਅ ਟੀਚਰ, ਐਜ਼ ਅ ਪਰਸਨ ਆਫ ਸਪਲਾਇਰ ਆਫ ਮਟੀਰੀਅਲਸ ਟੂ ਦਾ ਕਾਲਜ, ਜਿਸ ਤਰ੍ਹਾਂ ਪਰਚੇਜ਼ ਸੇਲ ਵਗੈਰਾ ਹੁੰਦਾ ਹੈ, ਕਿਸੇ ਵੀ ਪੱਖੋਂ ਦੂਰੋਂ ਪਾਰੋਂ ਵੀ ਮੇਰਾ ਇਸ ਕਾਲਜ ਦੇ ਨਾਲ ਕੋਈ ਰਿਸ਼ਤਾ, ਕੋਈ ਲੈਣ ਦੇਣ, ਕੋਈ ਸੰਬੰਧ ਨਹੀਂ ਹੈ। ਮੇਰੀ ਫੈਮਿਲੀ ਦਾ, ਮੇਰੇ ਖਾਨਦਾਨ ਦੇ ਕਿਸੇ ਵੀ ਵਿਅਕਤੀ ਨੇ ਨਾ ਇੱਥੋਂ ਕੋਈ ਪੜ੍ਹਾਈ ਕੀਤੀ ਹੈ ਨਾ ਕਦੇ ਪੜ੍ਹਾਇਆ, ਤਾਂ ਮੇਰਾ ਕੋਈ ਵੀ ਸੈਲਫ ਇੰਟਰਸਟ ਨਹੀਂ ਹੈ ਔਰ ਮੇਰੀ ਕੋਈ ਗ੍ਰੀਵੈਂਸ ਨਹੀਂ ਹੈ ਇਸ ਕਾਲਜ ਦੇ ਨਾਲ। ਔਰ ਇੱਥੋਂ ਤੱਕ ਵੀ ਹੈ ਕਿ ਮੈਂ ਇੱਕ ਪੁੱਛਿਆ ਸੀ ਕਿ ਉਹ ਪੰਜਾਬ ਯੂਨੀਵਰਸਿਟੀ ਨੇ ਜੋ ਇੱਕ ਲੈਟਰ ਪਾਇਆ ਸੀ 1/12/2022 ਦਾ ਕਿ ਜਿਹੜੇ ਡਾਕਟਰ ਐਗਨੀਸ ਢਿੱਲੋਂ ਹੈ ਇਹ ਰਿਟਾਇਰ ਹੋ ਚੁੱਕੇ ਨੇ, ਇਹਨਾਂ ਨੂੰ ਹਟਾ ਦਿੱਤਾ ਜਾਵੇ ਤੇ ਇਹਨਾਂ ਦੇ ਲੈਟਰ ਐਕਸੈਪਟ ਨਹੀਂ ਕੀਤੇ ਜਾਣਗੇ। ਜਦ ਮੈਂ ਪੁੱਛਿਆ ਕਿ ਮੈਨੂੰ ਉਸ ਲੈਟਰ ਦੀ ਇੱਕ ਸਰਟੀਫਾਈਡ ਕਾਪੀ ਦਿੱਤੀ ਜਾਵੇ, ਉਹ ਵੀ ਕਾਲਜ ਵਾਲੇ ਕਹਿੰਦੇ ਸਾਡੇ ਕੋਲ ਹੈ ਨਹੀਂ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪ੍ਰਿੰਸੀਪਲ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਨੇ, ਪੰਜਾਬ ਯੂਨੀਵਰਸਿਟੀ ਲਗਾਤਾਰ ਇਹਨਾਂ ਨੂੰ ਲੈਟਰ ਇਸ਼ੂ ਕਰ ਰਹੀ ਹੈ ਤੇ ਜਿਹੜੇ ਲੈਟਰ ਅੱਜ ਦੀ ਡੇਟ ਦੇ ਵਿੱਚ ਵੀ ਯੂਨੀਵਰਸਿਟੀ ਇਸ਼ੂ ਕਰ ਰਹੀ ਹੈ ਉਹਨਾਂ ਨੂੰ ਇੰਪਲੀਮੈਂਟ ਤਾਂ ਕੀ ਕਰਨਾ ਸੀ, ਉਹਨਾਂ ਤੇ ਕੋਈ ਕਾਰਵਾਈ ਤਾਂ ਕੀ ਕਰਨੀ ਸੀ, ਉਹ ਲੈਟਰ ਹੀ ਅਵੇਲੇਬਲ ਨਹੀਂ ਹੈ। ਹੁਣ ਇਸ ਤੋਂ ਮਾੜੀ ਗੱਲ ਕੀ ਹੋਣੀ ਹੈ
ਮਾੜੀ ਮੋਟੀ ਇਹਨਾਂ ਦੇ ਪੀਏਯੂ ਸਾਹਿਬ ਦਾ ਨਾਮ ਕੀ ਹੈ? ਮਿਸਟਰ ਪ੍ਰਸ਼ਾਂਤ ਆਰਿਆ। ਮਿਸਟਰ ਪ੍ਰਸ਼ਾਂਤ ਆਰਿਆ। ਮਿਸਟਰ ਪ੍ਰਸ਼ਾਂਤ ਵੈਸੇ ਆਰਿਆ ਮੈਂ ਇੱਥੇ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਆਰਟੀ ਐਕਟ ਦੇ ਮੁਤਾਬਕ ਪੀਆਈਓ ਨੂੰ ਆਪਣਾ ਨਾਮ, ਕੰਟੈਕਟ ਨੰਬਰ, ਈਮੇਲ ਵਕਾਇਦਾ ਦਿੱਤੇ ਹੋਏ ਜਵਾਬ ਦੇ ਵਿੱਚ ਦੇਣਾ ਚਾਹੀਦਾ ਹੈ ਜੀ। ਤੇ ਆਰਟੀ ਐਕਟ ਬਣਨ ਤੋਂ 120 ਦਿਨਾਂ ਦੇ ਅੰਦਰ, ਯਾਨੀ ਕਿ 2005 ਬਣਿਆ ਸੀ, 2006 ਤੱਕ ਇਹ ਸਾਰੀ ਇਨਫੋਰਮੇਸ਼ਨ ਕਾਲਜ ਦੀ ਵੈਬਸਾਈਟ ਤੇ ਹੋਣੀ ਚਾਹੀਦੀ ਸੀ। ਪਰ ਵੈਬਸਾਈਟ ਤੇ 2006 ਤੋਂ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੈ। ਅੱਜ 17 ਸਾਲਾਂ ਬਾਅਦ 2023 ਤੱਕ ਇਹ ਚੀਜ਼ਾਂ ਇਹ ਆਰਟੀਜ ਵੀ ਨਹੀਂ ਦੇ ਰਹੇ। ਟ੍ਰਾਂਸਪੇਰੈਂਸੀ ਕਿਵੇਂ ਆਏਗੀ ਅੰਦਾਜ਼ਾ ਲਗਾ ਸਕਦੇ। ਵੈਬਸਾਈਟ ਤੇ ਹੈਗਾ ਪੀਏਯੂ ਦਾ ਨੰਬਰ? ਨਹੀਂ, ਕਿਤੋਂ ਵੀ ਨਹੀਂ ਲੱਭ ਰਿਹਾ। ਨਹੀਂ ਲੱਭਿਆ, ਅਸੀਂ ਨਹੀਂ ਲੱਭ ਰਿਹਾ, ਸਾਨੂੰ ਬਿਲਕੁਲ ਨਹੀਂ ਲੱਭ ਰਿਹਾ। ਤਾਂ ਪ੍ਰਸ਼ਾਂਤ ਆਰਿਆ ਜੀ, ਜਿਹੜੇ ਸਵਾਲ ਸਿੰਗਲਾ ਸਾਹਿਬ ਵੱਲੋਂ ਪੁੱਛੇ ਗਏ ਸੀ ਉਹਨਾਂ ਦੇ ਸਿੱਧੇ ਜਵਾਬ ਦੇਣੇ ਬੰਦੇ ਸੀ, ਪਰ ਤੁਸੀਂ ਜਵਾਬ ਤਾਂ ਕੁਝ ਹੋਰ ਹੀ ਦੇਤੇ। ਕਿਉਂ? ਕੀ ਕੋਈ ਦਬਾਅ ਸੀ ਤੁਹਾਡੇ ਉੱਤੇ? ਗਵਰਨਿੰਗ ਬਾਡੀ ਦੇ ਚੇਅਰਮੈਨ ਸਾਹਿਬ ਨੇ ਕਿਹਾ ਸੀ, ਆਪ ਮੁਹਾਰੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ। ਮੇਰੇ ਖਿਆਲ 'ਚ ਤੁਸੀਂ ਖੁਦ ਬਿਹਤਰ ਜਾਣਦੇ ਹੋ ਕਿ ਇਹਨਾਂ ਸਵਾਲਾਂ ਦੇ ਜਵਾਬ ਕੀ ਹੋਣੇ ਚਾਹੀਦੇ ਸੀ। ਯੂਨੀਵਰਸਿਟੀ ਦੇ ਕਾਗਜ਼ ਤੱਕ ਤੁਸੀਂ ਸੰਭਾਲ ਕੇ ਨਹੀਂ ਰੱਖੇ। ਬੜੀ ਹੈਰਾਨੀ ਵਾਲੀ ਗੱਲ ਹੈ। ਖੈਰ, ਇਸ ਤੋਂ ਬਾਅਦ ਅਸੀਂ ਗੱਲ ਕੀਤੀ ਡੀਏਵੀ ਕਾਲਜ ਦੇ ਪੀਆਈਓ ਮਿਸਟਰ ਸੰਜੇ ਸੈਣੀ ਹੋਣਾ ਦੇ ਨਾਲ। ਉਹਨਾਂ ਨੇ ਕੀ ਕੁਝ ਕਿਹਾ ਹੈ ਤੁਸੀਂ ਉਹ ਇੱਕ ਵਾਰ ਪਹਿਲਾਂ ਜ਼ਰੂਰ ਸੁਣੋ, ਉਸ ਤੋਂ ਬਾਅਦ ਫਿਰ ਅਸੀਂ ਡੀਏਵੀ ਕਾਲਜ ਦੀ आरटीआई ਦੀ ਗੱਲ ਵੀ ਕਰਾਂਗੇ। हेलो। हाँ जी संजय जी, गुड आफ्टरनून। हाँ जी, गुड आफ्टरनून जी। हाँ जी संजय जी, आप सुप्रिटेंडेंट हैं और पीआईओ हैं डीएवी कॉलेज के? हाँ जी, बिल्कुल हाँ जी सर। सर, मैं ठाकुर अमनदीप सिंह बात कर रहा हूँ। हमारी बात हुई थी थोड़ी देर पहले, आप बिजी थे उस हाँ जी हाँ, वहाँ सर शोर था जी, जहाँ था ना मशीनें चल रही थी। नो प्रॉब्लम सर, नो इस करके आवाज नहीं आ रही थी। हाँ जी कॉलेज। हाँ जी हाँ जी हाँ जी हाँ जी, बताइए सर। सर एक ना आरटीआई आई थी आपके पास, जिसका हाँ आपने जी। जवाब 30/1/2023 को दिया था और किसी कारण से आपने उसका मुझे जवाब नहीं दिया। चलो, लेकिन अच्छा। क्योंकि पब्लिक इंस्टीट्यूट है ये डीएवी कॉलेज, हाँ जी। और पब्लिक हाँ भी जी। जानना चाहती है, तो वो कुछ सवाल थे जो मैं पूछना चाह रहा था। अभी 30 सितंबर 2022 के बाद डीएवी कॉलेज के प्रिंसिपल साहब का नाम क्या है? जी, हाँ जी सर, नाम क्या है? प्रिंसिपल का नाम डॉक्टर पवन कुमार शर्मा है जी। सर वो तो 30/9/2022 को रिटायर हो चुके हैं। सर ये जो रिटायरमेंट इशू है, व्हाटएवर जो भी है, इससे मेरा कंसर्न नहीं है। ये मैनेजमेंट बचा सकती है या प्रिंसिपल सर खुद बता सकते हैं। इसके बारे में मैं आपको कुछ नहीं बता सकता सर। ओके सर, डीएचई से या पंजाब यूनिवर्सिटी से या गवर्निंग बॉडी से अप्रूवल हो चुकी है इस चीज की? सर मैं इसके बारे में कोई कमेंट नहीं कर सकता, मेरे को नहीं पता। आप प्रिंसिपल सर से बात करिए, जहाँ भी आपको लगता है। मेरे पास इसका कोई जवाब नहीं है सर। पीआईओ आप ही हैं तो आप ही से पूछा जाएगा। हाँ, पीआईओ है, जो मेरी कैपेसिटी में है मैं जवाब देता हूँ जी, और अच्छा। इमीडिएटली रिप्लाई देता हूँ। ठीक है सर। सर कॉलेज में रिटायरमेंट एज क्या है प्रिंसिपल और टीचर्स की? सर मेरे को नहीं इस टाइम पता क्या है रिटायरमेंट एज। जब ये इशू पेंडिंग है, डीएचई के पास भी पेंडिंग है, यूनिवर्सिटी के पास भी कई जगह पे पेंडिंग है, मैं इसके बारे में कोई कमेंट नहीं कर सकता। अच्छा सर, जो अभी जो प्रिंसिपल हैं आपके मुताबिक डॉक्टर पवन कुमार जी, उनकी सैलरी कौन से फंड में से जा रही है? मेरे को नहीं पता अभी तक कुछ भी इसके बारे में। ओके सर, डीडीओ कौन है यहाँ पर, ड्राइंग एंड डिस्पर्समेंट सर ऑफिसर? मेरे को, जब मैंने आपको कह दिया कि मेरे पास इसके रिगार्डिंग कोई इन्फॉर्मेशन नहीं है, मैं प्रिंसिपल ये से पता करिए, डीएचई से। मेरे को जो जवाब देना था दे कॉलेज दिया में सर। डीडीओ Thank you. कौन है ये तो पता होगा ना सर Thank you, आपको? thank you very much, सर sir, इसको thank you. छोड़िए, एक और सवाल है वो तो। ਤਾਂ ਐਸੀ ਡੀਏਵੀ ਕਾਲਜ ਦੇ ਪੀਆਈਓ ਮਿਸਟਰ ਸੰਜੇ ਸੈਣੀ, ਵੈਸੇ ਇੱਕ ਤੋਂ ਵੱਧ ਕੇ ਇੱਕ ਨੇ ਸਾਰੇ, ਚਾਹੇ ਉਹ ਡੀਐਚਈ ਦਫ਼ਤਰ ਦੇ ਪੀਆਈਓ ਹੋਣ, ਚਾਹੇ ਉਹ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਦੇ ਪੀਆਈਓ ਹੋਣ, ਚਾਹੇ ਸੰਜੇ ਸੈਣੀ ਜੀ ਹੋਣ। ਡਾਕਟਰ ਸਾਹਿਬ ਇਹ ਤਾਂ ਹੱਥੀ ਖੜੇ ਕਰ ਗਏ, ਕਹਿੰਦੇ ਮੇਰੇ ਕੋਲ ਤਾਂ ਕਿਸੇ ਗੱਲ ਦਾ ਜਵਾਬ ਹੀ ਨਹੀਂ ਹੈਗਾ, ਮੇਰੇ ਤੇ ਅਧਿਕਾਰ ਖੇਤਰ 'ਚ ਨਹੀਂ ਹੈਗਾ, ਮੈਂ ਕਿਵੇਂ ਜਵਾਬ ਦੇ ਦੇਵਾਂ। ਐਕਚੁਅਲੀ ਜਿਹੜੇ ਮਿਸਟਰ ਸੰਜੇ ਸੈਣੀ ਨੇ ਡੀਏਵੀ ਕਾਲਜ ਤੇ, ਇੱਥੇ ਕਰਪਸ਼ਨ ਬਹੁਤ ਜ਼ਿਆਦਾ ਹੈ ਔਰ ਇਹਨਾਂ ਨੂੰ ਇਹ ਪਤਾ ਹੈ ਕਿ ਜੇ ਅਸੀਂ ਸਵਾਲਾਂ ਦੇ ਜਵਾਬ ਦੇਣ ਲੱਗੇ, ਡਾਕੂਮੈਂਟਸ ਦੇਣ ਲੱਗੇ, ਤਾਂ ਸਾਰੀ ਕਰਪਸ਼ਨ ਨੰਗੀ ਹੋ ਜਾਣੀ ਹੈ ਜੀ, ਜਿਸ ਦੇ ਬੜੇ ਭਿਆਨਕ ਨਤੀਜੇ ਨਿਕਲਣਗੇ। ਉਹਨਾਂ ਤੋਂ ਬਚਣ ਲਈ ਇਹਨਾਂ ਕੋਲ ਸਿੰਪਲ ਹੈ ਕਿ ਪੁੱਠੇ ਸਿੱਧੇ ਜਵਾਬ ਦੇ ਕੇ ਆਰਟੀਆਈ ਐਕਟ ਦੇ ਤਹਿਤ ਵਕਤ ਕੱਢੋ, ਕਿਉਂਕਿ ਇਸ ਦੇ ਵਿੱਚ ਮੈਕਸਿਮਮ ਪੈਨਲਟੀ ਜੋ ਕਿ ਕਦੇ ਹੁੰਦੀ ਨਹੀਂ ਹੈ, ਬੜੇ ਰੇਅਰ ਕੇਸਿਸ ਦੇ ਵਿੱਚ ਹੁੰਦੀ, ਉਹ 25000 ਹੈ। ਜੇ 25000 ਪੈਨਲਟੀ ਪੈ ਵੀ ਜਾਏਗੀ ਤਾਂ ਘੱਟੋ ਘੱਟ ਉਹਨਾਂ ਲੱਖਾਂ ਕਰੋੜਾਂ ਰੁਪਏ ਤੋਂ ਕਿਤੇ ਘੱਟ ਹੈ ਜਿਹੜੇ ਗਵਨ ਕੀਤੇ ਜਾ ਰਹੇ ਨੇ। ਇਹੀ ਕਾਰਨ ਹੈ ਕਿ ਇਹ ਇਨਫੋਰਮੇਸ਼ਨ ਦੇਣ ਤੋਂ ਹਮੇਸ਼ਾ ਪੁੱਠੇ ਸਿੱਧੇ ਜਵਾਬ ਦੇ ਕੇ ਭੱਜਦੇ। ਤੁਹਾਨੂੰ ਵੀ ਕੋਈ ਪੁੱਠਾ ਜਿਹਾ ਜਵਾਬ ਆਇਆ? ਮੈਂ ਸੁਣਿਆ ਇੱਥੇ ਸਵਾਲ ਮੇਰੇ ਬੜੇ ਸਿੰਪਲ ਸੀ ਜੀ ਕਿ ਪ੍ਰਿੰਸੀਪਲ ਦੀ ਰਿਟਾਇਰਮੈਂਟ ਏਜ ਕਿੰਨੀ ਹੈ? 30 ਸਤੰਬਰ ਤੋਂ ਬਾਅਦ ਪ੍ਰਿੰਸੀਪਲ ਕੌਣ ਨੇ ਜੀ, ਉਹਨਾਂ ਨੂੰ ਸੈਲਰੀ ਕਿਹੜੇ ਫੰਡ ਚੋਂ ਮਿਲ ਰਹੀ ਹੈ ਜੀ, ਕਾਲਜ ਦੇ ਡੀਡੀਓ ਕੌਣ ਨੇ ਜੀ,
ਜੇ ਕਾਲਜ ਦੇ ਪ੍ਰਿੰਸੀਪਲ ਦਾ ਨਾਂ, ਡੀਡੀਓ ਦਾ ਨਾਂ, ਰਿਟਾਇਰਮੈਂਟ ਏਜ, ਬੇਸਿਕ ਇਨਫੋਰਮੇਸ਼ਨ ਵੀ ਜੀ ਪੀਆਈਓ ਕੋਲ, ਸੁਪਰਡੈਂਟ ਕੋਲ ਨਹੀਂ ਹੈ, ਜੀ। ਤਾਂ ਸੋਚਣ ਵਾਲੀ ਗੱਲ ਹੈ ਕਿ ਅਜਿਹੀ ਕਿਹੜੀ ਇਨਫੋਰਮੇਸ਼ਨ ਹੋ ਸਕਦੀ ਹੈ ਕਾਲਜ ਦੀ ਜਿਹੜੀ ਆਰਟੀਆਈ 'ਚ ਦਿੰਦੇ ਨੇ। ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਹੈ ਕਿ ਜਦੋਂ ਵੀ ਇਹਨਾਂ ਤੋਂ ਕੁਝ ਪੁੱਛਿਆ ਜਾਂਦਾ ਹੈ ਜੀ। ਤਾਂ ਇਹਨਾਂ ਕੋਲ ਇੱਕ ਸਿੰਪਲ ਜਵਾਬ ਹੁੰਦਾ ਹੈ ਕਿ ਐਪੀਲੈਂਟ ਇਜ਼ ਮਿਸਯੂਜ਼ਿੰਗ ਦਾ ਆਰਟੀ ਐਕਟ। ਦੱਸੋ ਜੀ। ਅੱਜ ਤੱਕ ਇਹ ਨਹੀਂ ਦੱਸ ਪਾ ਰਹੇ ਕਿ ਮੈਂ ਇਸ ਐਕਟ ਦਾ ਮਿਸਯੂਜ਼ ਕਿਵੇਂ ਕਰ ਰਿਹਾ ਹਾਂ, parameters ਕੀ ਨੇ? ਕਿਉਂਕਿ 2010 ਤੋਂ ਲੈ ਕੇ ਹੁਣ ਤੱਕ ਮੈਂ ਘੱਟੋ ਘੱਟ 60-70 ਸਕੈਮ ਇਸ ਕਾਲਜ ਦੇ ਆਰਟੀ ਐਕਟ ਦੀ ਮਦਦ ਦੇ ਨਾਲ ਇਧਰ ਉਧਰੋਂ ਕਢਵਾਏ ਹੋਏ ਕਾਗਜ਼ਾਂ ਦੇ ਨਾਲ ਨੰਗੇ ਕਰ ਚੁੱਕੇ ਹਾਂ। ਹੁਣ ਇਸ ਕਰਕੇ ਇਹਨਾਂ ਕੋਲ ਭੱਜਣ ਦੇ ਲਈ ਇਸ ਲਾਈਨ ਤੋਂ ਇਲਾਵਾ ਕੋਈ ਜਵਾਬ ਹੀ ਨਹੀਂ ਕਿ ਮੈਂ ਆਰਟੀ ਐਕਟ ਦਾ ਮਿਸਯੂਜ਼ ਕਰ ਰਿਹਾ। ਅਦਰਵਾਈਜ਼ ਅਗਰ ਇਹਨਾਂ 'ਚ ਦਮ ਹੋਵੇ ਤਾਂ ਇਹ ਦੱਸਣ ਕਿ ਮੈਂ ਆਰਟੀ ਐਕਟ ਦਾ ਕਿਹੜਾ ਮਿਸਯੂਜ਼ ਕਰ ਰਿਹਾ। ਘੱਟੋ ਘੱਟ ਇਹਨਾਂ ਕੋਲ ਇੱਕ ਐਗਜ਼ਾਮਪਲ ਤਾਂ ਇਹ ਕਿਸੇ ਹੋਣੀ ਆਰਡਰ ਦਾ ਚਾਹੀਦੀ। ਹਵਾਲਾ ਦਿੰਦੇ ਨੇ? ਹਾਂ, ਇਹ ਕਿਸੇ ਆਰਡਰ ਦਾ ਹਵਾਲਾ ਦਿੰਦੇ ਨੇ। ਉਸ ਟਾਈਮ ਦੇ ਇਨਫੋਰਮੇਸ਼ਨ ਕਮਿਸ਼ਨਰ ਮਿਸਿਸ ਦੀਪਕ ਸੰਧੂ ਦਾ ਉਹਨਾਂ ਦਾ ਇੱਕ ਆਰਡਰ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਆਰਡਰ ਸੀ ਉਹ ਇੱਕ ਆਬਜ਼ਰਵੇਸ਼ਨ ਸੀ। ਕੋਈ ਵੀ ਇਨਫੋਰਮੇਸ਼ਨ ਕਮਿਸ਼ਨਰ, ਚਾਹੇ ਉਹ ਮਿਸਿਸ ਦੀਪਕ ਸੰਧੂ ਨੇ ਜਾਂ ਕੋਈ ਵੀ, ਇਹ ਐਕਟ ਪਾਰਲੀਮੈਂਟ ਨੇ ਬਣਾਇਆ। ਸਾਨੂੰ ਜਿਹੜਾ ਇਨਫੋਰਮੇਸ਼ਨ ਲੈਣ ਦਾ ਅਧਿਕਾਰ ਦਿੱਤਾ ਹੈ ਉਹ ਪਾਰਲੀਮੈਂਟ ਨੇ ਦਿੱਤਾ। ਤਾਂ ਚਾਹੇ ਉਹ ਇਨਫੋਰਮੇਸ਼ਨ ਕਮਿਸ਼ਨਰ ਨੇ ਜਾਂ ਕੋਈ ਵੀ ਨੇ, ਕਿਸੇ ਕੋਲੇ ਰਾਈਟ ਨਹੀਂ ਕਿ ਉਹ ਪਾਰਲੀਮੈਂਟ ਦੁਆਰਾ ਦਿੱਤੇ ਗਏ ਇਸ ਅਧਿਕਾਰ ਨੂੰ ਖੋ ਲੈਣ ਕਿਸੇ ਵੀ ਬੰਦੇ ਕੋਲ, ਕਿਸੇ ਵੀ ਬੰਦੇ ਕੋਲ, ਤੇ ਨਾ ਹੀ ਅਧਿਕਾਰ ਖੋਇਆ ਗਿਆ। ਪਰ ਇਹਨਾਂ ਕੋਲ ਬਾਰ-ਬਾਰ ਇੱਕੋ ਹੀ ਚੀਜ਼ ਹੁੰਦੀ ਹੈ ਕਿ ਮੈਂ ਆਰਟੀ ਦੇ ਵਿੱਚ ਇਨਫੋਰਮੇਸ਼ਨ ਮੰਗਣ ਦਾ ਹੱਕਦਾਰ ਹੀ ਨਹੀਂ, ਜਦ ਕਿ ਸੱਚਾਈ ਤਾਂ ਇਹ ਹੈ ਕਿ ਮੈਂ ਈਵਨ ਇਨਫੋਰਮੇਸ਼ਨ ਕਮਿਸ਼ਨ ਨੂੰ ਵੀ ਪੁੱਛ ਚੁੱਕਿਆ ਹਾਂ ਕਿ ਕੀ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਕਿਸੇ ਨਾਗਰਿਕ ਦਾ ਸੂਚਨਾ ਮੰਗਣ ਦਾ ਅਧਿਕਾਰ ਖੋਇਆ ਹੈ? ਕੀ ਭਾਰਤ ਦੇ ਇਨਫੋਰਮੇਸ਼ਨ ਕਮਿਸ਼ਨ ਨੇ ਕਿਸੇ ਨੂੰ ਮਿਸਯੂਜ਼ਰ ਡਿਕਲੇਅਰ ਕੀਤਾ? ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹ ਜੀ ਕੋਈ ਜਾਣਕਾਰੀ ਨਹੀਂ, ਨਾ ਅਸੀਂ ਕਿਸੇ ਨੂੰ ਡਿਕਲੇਅਰ ਕੀਤਾ ਹੈ। ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਸੀ ਕਿ ਕੀ ਆਰਟੀ ਐਕਟ ਦੇ ਵਿੱਚ ਜਾਂ ਦੇਸ਼ ਦੇ ਕਿਸੇ ਕਾਨੂੰਨ ਦੇ ਵਿੱਚ, ਕਿਸੇ ਆਰਡਰ ਇਨਸਟਰਕਸ਼ਨ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਕਿ ਕਿਸੇ ਨੂੰ ਅਸੀਂ ਆਰਟੀ ਦੇ ਵਿੱਚ ਇਨਫੋਰਮੇਸ਼ਨ ਲੈਣ ਤੋਂ, ਉਸ ਦੇ ਅਧਿਕਾਰ ਤੋਂ ਵੰਚਿਤ ਕਰ ਸਕੀਏ? ਤਾਂ ਵੀ ਉਹਨਾਂ ਦਾ ਸਪਸ਼ਟ ਜਵਾਬ ਹੈ ਕਿ ਅਜਿਹਾ ਕੁਝ ਵੀ ਐਗਜ਼ਿਸਟ ਨਹੀਂ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਦੀ ਹੋਣ ਦੇ ਬਾਵਜੂਦ ਵੀ ਮਿਸਟਰ ਸੰਜੇ ਸੈਣੀ ਜੋ ਬਤੌਰ ਇੱਕ ਸਿਰਫ ਕਾਲਜ ਸੁਪਰਡੈਂਟ ਦੇ ਕੰਮ ਕਰ ਰਹੇ ਨੇ, ਉਹਨਾਂ ਕੋਲ ਕੀ ਅਧਿਕਾਰ ਹੈ ਕਿ ਪਾਰਲੀਮੈਂਟ ਦੁਆਰਾ ਦਿੱਤੇ ਗਏ ਇਸ ਅਧਿਕਾਰ ਨੂੰ ਖੋ ਸਕਣ? ਇੱਥੋਂ ਸਪਸ਼ਟ ਹੈ ਕਿ ਇਹ ਕਾਲਜ ਦੇ ਵਿੱਚ ਹੋ ਰਹੇ ਘਪਲੇ ਘੁਟਾਲਿਆਂ ਦੇ ਵਿੱਚ ਸਿੱਧੇ ਤੌਰ ਤੇ ਹਿੱਸੇਦਾਰ ਨੇ, ਜਾਂ ਇਹਨਾਂ ਦੀ ਕੋਈ ਦਿਲਚਸਪੀ ਹੈ ਕਿ ਇਹ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਇਹਨਾਂ ਨੂੰ ਓਪਨ ਚੈਲੰਜ ਦਿੰਦਾ ਕਿ ਅਗਰ ਇਹਨਾਂ ਕੋਲ ਇੱਕ ਵੀ ਉਦਾਹਰਣ ਹੈ ਜਿਸ ਦੇ ਵਿੱਚ ਮੈਂ ਆਰਟੀ ਐਕਟ ਦਾ ਮਿਸਯੂਜ਼ ਕੀਤਾ ਹੋਵੇ ਤਾਂ ਇਹ ਕਿਸੇ ਵੀ ਪਲੇਟਫਾਰਮ ਤੇ, ਕਿਸੇ ਵੀ ਦਿਨ, ਕਿਸੇ ਵੀ ਟਾਈਮ ਓਪਨ ਚਾਹਣ ਤੇ ਡਿਸਕਸ਼ਨ ਕਰਨ ਕੈਮਰਾ ਦੇ ਅੰਡਰ। ਸਿੰਗਲ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹ ਡਾਕਟਰ ਰਜਿੰਦਰ ਕੁਮਾਰ ਸਿੰਗਲਾ ਜੀ। ਸਵਾਲ ਬੜਾ ਵੱਡਾ ਹੈ ਕਿ ਇੱਕ ਪਾਸੇ ਤਾਂ ਡੀਏਵੀ ਕਾਲਜ ਸੈਕਟਰ 10 ਚੰਡੀਗੜ੍ਹ ਜਾਂ ਫਿਰ ਦੇਵ ਸਮਾਜ ਕਾਲਜ ਫਾਰ ਐਜੂਕੇਸ਼ਨ ਸੈਕਟਰ 36B ਚੰਡੀਗੜ੍ਹ, ਇਹਨਾਂ ਵੱਲੋਂ ਕੀਤੀ ਜਾ ਰਹੀ ਮਨਮਾਨੀ, ਤੇ ਦੂਜੇ ਪਾਸੇ ਚੁੱਪਚਾਪ ਤਮਾਸ਼ਬੀਨ ਬਣ ਕੇ ਬੈਠੇ ਡਾਇਰੈਕਟਰ ਹਾਇਰ ਐਜੂਕੇਸ਼ਨ ਦੇ ਅਧਿਕਾਰੀ। ਕੀ ਇਹ ਤਮਾਸ਼ਾ ਇੰਜ ਹੀ ਚੱਲਦਾ ਰਹੇਗਾ ਕਿ ਡੀਐਚਈ ਦਫ਼ਤਰ ਜੋ ਬਣਦੀ ਕਾਰਵਾਈ ਹੈ ਉਹ ਨਹੀਂ ਕਰੇਗਾ, ਤੇ ਕੀ ਇਹਨਾਂ ਪ੍ਰਾਈਵੇਟ ਏਡਿਡ ਕਾਲਜਾਂ ਨੂੰ ਬਦਸਤੂਰ ਇੰਜ ਹੀ ਗ੍ਰਾਂਟ ਵੀ ਮਿਲਦੀ ਰਹੇਗੀ? ਉਹ ਵੀ ਉਦੋਂ ਜਦੋਂ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਰਹੇ ਹੋਣ। ਇਹ ਸਮਾਂ ਦੱਸੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ।